ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸਰੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ। ਮੇਰੇ ਨਾਲ ਅੱਜ ਦੇ ਸ਼ਾਮ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ ਪਟਿਆਲਾ ਸਟੂਡੀਓਜ਼ ਤੋਂ। ਬਲਤੇਜ ਪੰਨੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਹਾਂਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਪੂਰੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ 408-272-2500। ਇਸ ਦੇ ਨਾਲ ਨਾਲ ਗੁਰਦੀਪ ਸਿੰਘ ਵਰਦੀ ਕਲੋਵਿਸ, ਇਸ਼ਾਨਜੀਤ ਸਿੰਘ ਕਲੋਟੀ ਯੂਬਾ ਸਿਟੀ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ, ਬਹਾਦਰ ਸਿੰਘ ਗਿੱਲ ਫਾਊਲਰ, ਰਣਵੀਰ ਸਿੰਘ ਰਾਣਾ ਬੇਕਰਸਫੀਲਡ, ਸੁਰਿੰਦਰ ਸਿੰਘ ਚੌਹਾਨ ਬੇਕਰਸਫੀਲਡ, ਸਤਨਾਮ ਸਿੰਘ ਬੇਕਰਸਫੀਲਡ, ਸੁਖਚੈਨ ਸਿੰਘ ਬੇਕਰਸਫੀਲਡ ਅਤੇ ਨਾਲ ਹੀ ਸ਼ਿਕਾਗੋ ਪੀਜ਼ਾ ਵਿਦ ਦ ਟਵਿਸਟ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦਾ ਵੈੱਜ, ਨਾਨ ਵੈੱਜ, ਇੰਡੀਅਨ ਸਟਾਈਲ ਪੀਜ਼ਾ ਜਿਹੜਾ ਹੈ ਉਹ ਤੁਸੀਂ ਔਡਰ ਕਰ ਸਕਦੇ ਹੋ। ਪੀਜ਼ਾ ਔਡਰ ਕਰਨ ਦੇ ਲਈ ਇਹਨਾਂ ਦੀ ਵੈਬਸਾਈਟ ਵਿਜ਼ਿਟ ਕਰੋ www.chicagopizzatwist.com ਅਤੇ 10% ਡਿਸਕਾਊਂਟ ਲੈਣ ਦੇ ਲਈ ਕੂਪਨ ਕੋਡ 1313 ਦਾ ਇਸਤੇਮਾਲ ਕਰ ਸਕਦੇ ਹੋ। ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408-722-7698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਪੰਨੂ ਜੀ ਸ਼ੁਰੂ ਕਰਦੇ ਹਾਂ। ਕਹਿੰਦੇ ਪ੍ਰਧਾਨ ਮੰਤਰੀ ਦੀ ਪੰਜਾਬ ਰੈਲੀ ਆ ਅਤੇ ਅਕਾਲੀਆਂ ਨੂੰ ਫਿਕਰ ਪਿਆ ਆ। ਬਿਲਕੁਲ ਜੀ, ਅੱਜ ਜਿਹੜੀ ਇੱਥੇ ਰੈਲੀ ਕੀਤੀ ਜਾ ਰਹੀ ਹੈ, ਧੰਨਵਾਦ ਰੈਲੀ। ਵੈਸੇ ਇਹ ਸਮਝ ਤੋਂ ਪਰੇ ਵਾਲੀ ਗੱਲ ਆ ਜੀ ਵੀ ਇਹ ਧੰਨਵਾਦ ਕਾਹਦਾ ਆ। ਜਿਹੜੀ ਇੰਨੀ GST ਲਾਈ ਆ, ਜਿਹਦੇ ਵਿੱਚ ਰਗੜਿਆ ਗਿਆ ਕਿਸਾਨ, ਉਹ ਹੈ। ਡੀਜ਼ਲ ਦੀਆਂ ਜਿਹੜੀਆਂ ਕੀਮਤਾਂ ਸੀਗੀਆਂ ਉਹਨੂੰ ਬੇਮੁਹਾਰਾ ਛੱਡ ਦਿੱਤਾ ਗਿਆ ਔਰ ਖਰਚੇ ਜਿਹੜੇ ਆ ਉਹ ਕਿਸਾਨਾਂ ਦੇ ਵੱਧ ਗਏ ਆ। ਕੀ ਇਹ ਉਹਦਾ ਧੰਨਵਾਦ ਹੈ? ਜਿਹੜੀਆਂ ਲਗਾਤਾਰ ਕਿਸਾਨਾਂ ਦੀਆਂ ਖੁਦਕੁਸ਼ੀਆਂ ਹੋ ਰਹੀਆਂ ਨੇ ਪੰਜਾਬ ਦੇ ਵਿੱਚ, ਕੀ ਇਹ ਉਹਦਾ ਧੰਨਵਾਦ ਹੈ? ਇਹ ਸਮਝ ਨਹੀਂ ਲੱਗਾ ਕਿ ਇਹ ਕਿਸ ਚੀਜ਼ ਦੀ ਧੰਨਵਾਦ ਰੈਲੀ ਜਿਹੜੀ ਆ ਉਹ ਕੀਤੀ ਜਾ ਰਹੀ ਹੈ। ਕਿਸਾਨ ਕਲਿਆਣ ਰੈਲੀ ਇਹਨੂੰ ਜਿਹੜਾ ਜੀ ਉਹ ਨਾਮ ਦਿੱਤਾ ਗਿਆ। ਅਸਲ ਦੇ ਵਿੱਚ ਸਹੀ ਪੁੱਛੋ ਤਾਂ ਆਉਂਦੀਆਂ ਜਿਹੜੀਆਂ ਚੋਣਾਂ ਨੇ ਲੋਕ ਸਭਾ ਦੀਆਂ, ਉਹਦੇ ਵਾਸਤੇ ਜ਼ਮੀਨ ਜਿਹੜੀ ਆ ਉਹ ਤਲਾਸ਼ੀ ਜਾ ਰਹੀ ਹੈ। ਭਾਰਤੀ ਜਨਤਾ ਪਾਰਟੀ ਦੇ ਵੱਲੋਂ ਵੀ ਪੰਜਾਬ ਦੇ ਵਿੱਚ, ਚਲੋ ਉਹਦੀਆਂ ਸੀਟਾਂ ਥੋੜ੍ਹੀਆਂ ਨੇ, ਪਰ ਅਕਾਲੀ ਦਲ ਦੇ ਵੱਲੋਂ ਜਿਹੜੇ ਵਿਧਾਨ ਸਭਾ ਦੀਆਂ ਚੋਣਾਂ ਦੇ ਦੌਰਾਨ ਉਹਦਾ ਜਿਹੜਾ ਜੋ ਹਾਲਾਤ ਉਹਦੇ ਬਣੇ ਸੀਗੇ ਕਿ ਉਹ ਵਿਰੋਧੀ ਧਿਰ ਵੀ ਨਾ ਬਣ ਸਕਿਆ। ਇਹ ਕਿਹਾ ਜਾ ਰਿਹਾ ਕਿ ਕੈਪਟਨ ਮੌਜੂਦਾ ਸਰਕਾਰ ਜਿਹੜੀ ਹੈ ਜੀ ਉਹਦੀ ਐਂਟੀ ਇਨਕੰਬੈਂਸੀ ਕਾਫੀ ਜ਼ਿਆਦਾ ਉਹ ਹੋਊਗੀ, ਖਾਸ ਤੌਰ ਤੇ ਨਸ਼ਿਆਂ ਵਾਲੇ ਮੁੱਦੇ ਦੇ ਉੱਤੇ। ਪਰ ਇਹਦੇ ਬਾਵਜੂਦ ਜਿਹੜਾ ਅਕਾਲੀ ਦਲ ਹੈ ਉਹਨੂੰ ਲੋਕ ਐਕਸੈਪਟ ਅਜੇ ਵੀ ਜਿਹੜਾ ਉਹ ਨਹੀਂ ਕਰ ਰਹੇ। ਝੋਨੇ ਦੀ ਲਵਾਈ ਦੇ ਵਿੱਚ ਕਿਸਾਨ ਜਿਹੜੇ ਆ ਜੀ ਉਲਝੇ ਹੋਏ ਆ। ਤਾਪਮਾਨ ਜਿਹੜਾ ਜੀ ਉਹ ਇੱਕਦਮ ਵਧਿਆ ਹੋਇਆ, ਹੁਮਸ ਭਰਿਆ ਮੌਸਮ ਹੈ ਇਸ ਵੇਲੇ। ਇਸ ਕਰਕੇ ਇਸ ਮਲੋਟ ਵਾਲੀ ਕਿਸਾਨ ਰੈਲੀ ਦੇ ਵਿੱਚ ਵੱਡਾ ਇਕੱਠ ਜਿਹੜਾ ਜੀ ਉਹ ਕਰ ਲੈਣਾ ਅਕਾਲੀ ਦਲ ਦੇ ਵੱਲੋਂ, ਇਹ ਕੋਈ ਸੌਖਾ ਕੰਮ ਜਿਹੜਾ ਜੀ ਉਹ ਨਹੀਂ ਹੋਊਗਾ। ਅਕਾਲੀ ਦਲ ਦੇ ਸਾਹ ਜਿਹੜੇ ਆ ਉਹ ਸੂਤੇ ਪਏ ਆ ਔਰ ਜਿਹੜੇ ਜੀ ਉਹ ਹੱਥ ਪੈਰ ਮਾਰ ਰਿਹਾ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇੱਥੇ ਲੋਕਾਂ ਦਾ ਇਕੱਠ ਕੀਤਾ ਜਾਵੇ ਜੀ। ਪ੍ਰਚਾਰਿਆ ਇਹ ਜਾ ਰਿਹਾ ਕਿ 1 ਲੱਖ ਬੰਦਾ ਜਿਹੜਾ ਜੀ ਉਹ ਇੱਥੇ ਇਕੱਠਾ ਕੀਤਾ ਜਾਊਗਾ। 1 ਲੱਖ ਬੰਦਾ ਇਕੱਠਾ ਕੀਤਾ ਜਾਊਗਾ, ਪਰ ਕੁਰਸੀ ਜਿਹੜੀ ਆ ਉਹ 42,000 ਲਈ ਆ। ਤੋ ਇੱਥੇ ਤੁਸੀਂ ਝੂਠ ਜਿਹੜਾ ਜੀ ਉਹ ਫੜ ਲਓ। 50 ਏਕੜ ਦੀ ਜਿਹੜੀ ਪਾਰਕਿੰਗ ਦਾ ਪ੍ਰਬੰਧ ਕੀਤਾ ਗਿਆ। ਵਾਟਰਪ੍ਰੂਫ AC ਸਟੇਜ ਜਿਹੜੀ ਆ ਉਹ ਬਣਾਈ ਗਈ ਆ ਤਾਂ ਕਿ ਮੀਂਹ ਜਿਹੜਾ ਜੇ ਆਵੇ ਤਾਂ ਉਹ ਜਿਹੜੀ ਰੈਲੀ ਆ ਉਹ ਚੱਲਦੀ ਰਹੇ। ਇਹ ਕਿਹਾ ਜਾ ਰਿਹਾ ਹੈ ਕਿ ਜਿਹੜੇ ਗੁਆਂਢੀ ਸੂਬੇ ਆ ਜਿਹਦੇ ਕਰਕੇ ਜਗ੍ਹਾ ਚੁਣੀ ਗਈ ਸੀ ਕਿ ਹਰਿਆਣੇ ਤੇ ਰਾਜਸਥਾਨ ਦੇ ਵਿੱਚੋਂ ਲੋਕ ਜਿਹੜੇ ਉਹ ਆ ਜਾਣਗੇ। ਹਰਿਆਣੇ ਤੇ ਰਾਜਸਥਾਨ ਦੇ ਮੁੱਖ ਮੰਤਰੀ ਤਾਂ ਆ ਰਹੇ ਆ, ਪਰ ਉੱਥੋਂ ਲੋਕ ਵੀ ਆ ਜਾਣਗੇ। ਇਹ ਬਹੁਤ ਵੱਡਾ ਜਿਹੜਾ ਜੀ ਆਪਣੇ ਆਪ ਦੇ ਵਿੱਚ ਇੱਕ ਸਵਾਲ ਹੈ, ਕਿਉਂਕਿ ਇਹ ਗੱਲ ਭੁੱਲਣੀ ਨਹੀਂ ਚਾਹੀਦੀ ਕਿ ਰਾਜਸਥਾਨ ਦੇ ਵਿੱਚ BJP ਦੀ ਸਰਕਾਰ ਜਿਹੜੀ ਉਹ ਚੱਲ ਰਹੀ ਹੈ। ਉੱਥੇ ਐਂਟੀ ਇਨਕੰਬੈਂਸੀ ਜਿਹੜੀ ਰਾਜਸਥਾਨ ਦੀ ਸਰਕਾਰ ਹੈ ਉਹਦੇ ਖਿਲਾਫ ਸਿਰ ਚੜ੍ਹ ਕੇ ਬੋਲ ਰਹੀ ਆ। ਭੁੱਲਣਾ ਇਹ ਵੀ ਨਹੀਂ ਚਾਹੀਦਾ ਕਿ ਹਰਿਆਣੇ ਦੇ ਵਿੱਚ ਜਿਹੜੀ ਖੱਟਰ ਸਰਕਾਰ ਹੈ ਉਹਦੀ ਐਂਟੀ ਇਨਕੰਬੈਂਸੀ ਕਿਸਾਨਾਂ ਦੇ ਵਿੱਚ, ਕਿਉਂਕਿ ਜਿਹੜੇ ਅੰਦੋਲਨ ਵੱਡੇ ਹੋਏ ਆ ਉਹ ਹਰਿਆਣਾ ਤੇ ਰਾਜਸਥਾਨ ਦੇ ਵਿੱਚ ਹੀ ਪਿਛਲੇ ਸਮੇਂ ਦੇ ਦੌਰਾਨ ਜਿਹੜੇ ਉਹ ਹੋਏ ਆ। ਇਹ ਨਹੀਂ ਜਿਹੜਾ ਜੀ ਉਹ ਭੁੱਲਣਾ ਚਾਹੀਦਾ। ਇਹ ਕਿਹਾ ਜਾ ਰਿਹਾ ਜੀ ਕਿ ਜਿਹੜੇ ਹਰਸਿਮਰਤ ਕੌਰ ਬਾਦਲ ਹੋਰੀ ਆ ਉਹ ਕਿਸੇ ਤਰੀਕੇ ਨਾਲ ਬਠਿੰਡੇ ਤੋਂ ਹੋਰ ਕਿਸੇ ਪਾਸੇ ਜਾਣਾ ਚਾਹੁੰਦੇ ਆ, ਸੁਰੱਖਿਅਤ ਸਥਾਨ ਦੀ ਭਾਲ ਦੇ ਵਿੱਚ ਹੈ। ਇਹ ਸ਼ਾਇਦ ਨਬਜ਼ ਟੋਹੀ ਜਾ ਰਹੀ ਆ ਵੀ ਫਿਰੋਜ਼ਪੁਰ ਸੂਤ ਲੱਗ ਸਕਦਾ ਕਿ ਨਹੀਂ ਜੀ।
ਜੀ 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 ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਪੰਨੂ ਜੀ, ਵੀ ਕਹਿੰਦੇ ਪੁਲਿਸ ਮੁਲਾਜ਼ਮਾਂ ਦੀ ACR ਦੇ ਵਿੱਚ ਜੁੜੂਗਾ ਨਵਾਂ ਨਸ਼ਿਆਂ ਦੇ ਬਾਰੇ ਕਾਲਮ। ਬਿਲਕੁਲ ਜੀ, ਇਹ ਐਕਚੁਅਲੀ ਇਹ ਆ ਕਿ ਜੋ ਕੁਛ ਜਿਹੜਾ ਜੀ ਇਹ ਚੱਲ ਰਿਹਾ, ਤੁਹਾਨੂੰ ਪਤਾ ਬਹੁਤੀਆਂ ਜਿਹੜੀਆਂ ਖਬਰਾਂ ਨੇ ਨਸ਼ੇ ਉਹਨਾਂ ਦੇ ਪੈ ਰਹੇ ਪ੍ਰਭਾਵ, ਪੁਲਿਸ ਦੀ ਇਹਦੇ ਵਿੱਚ ਸ਼ਮੂਲੀਅਤ, ਸਾਰਾ ਕੁਛ ਇਹਦੇ ਉੱਤੇ ਹੀ ਜਿਹੜਾ ਜੀ ਉਹ ਘੁੰਮ ਰਿਹਾ ਹੈ। ਕਮ ਸੇ ਕਮ ਪਿਛਲੇ 10-12 ਦਿਨ ਤੋਂ ਤਾਂ ਜਦੋਂ ਇਹ ਜਿਹੜਾ ਜੀ ਚਿੱਟੇ ਦੇ ਵਿਰੋਧ ਚ ਕਾਲਾ ਹਫ਼ਤਾ ਮੰਨਿਆ, ਇਉਂ ਹੋਇਆ ਜੀ ਕਿ ਜਿਵੇਂ ਸਾਰਾ ਕੁਛ ਹੀ ਭੰਬਾਕਾ ਮਾਰ ਕੇ ਜਿਹੜਾ ਜੀ ਉਹ ਬਾਹਰ ਨੂੰ ਆ ਗਿਆ, ਦੱਬਿਆ ਪਿਆ ਸੀਗਾ, ਉਹ ਜਗ੍ਹਾ ਲੱਭ ਰਿਹਾ ਸੀਗਾ ਕਿ ਕਿੱਥੋਂ ਜਿਹੜਾ ਜੀ ਆਵੇ। ਜਿਹੜਾ ਜਵਾਰ ਭਾਟਾ ਹੈ, ਜਵਾਰ ਭਾਟਾ ਇਸ ਤਰ੍ਹਾਂ ਹੀ ਨਿਕਲਦਾ ਜੀ, ਇਸੇ ਤਰੀਕੇ ਨਾਲ ਲੱਗਦਾ ਇੱਕ ਜਗ੍ਹਾ ਤੋਂ ਜਿਹੜੀ ਥਾਂ ਮਿਲੀ ਤੇ ਫਿਰ ਲੋਕਾਂ ਦਾ ਜਿਹੜਾ ਜੀ ਜੋ ਕੁਛ ਵੀਡੀਓਜ਼ ਸਾਹਮਣੇ ਜਿਹੜੀਆਂ ਜੀ ਉਹ ਆ ਰਹੀਆਂ ਨੇ ਲੋਕਾਂ ਦੀਆਂ ਪਿੰਡਾਂ ਥਾਵਾਂ ਦੇ ਉੱਤੇ, ਚਾਹੇ ਲੇਟਲੀ ਜਿਹੜਾ ਜੀ ਇੱਥੇ TV ਚੈਨਲਾਂ ਦੇ ਉੱਤੇ ਜੰਡਿਆਲਾ ਗੁਰੂ ਦੇ ਨੇੜਲੇ ਪਿੰਡ ਦੀ ਜਿਹੜੀ ਉਹ ਚੱਲ ਰਹੀ ਹੈ, ਪਰ ਤਕਰੀਬਨ ਬਹੁਤ ਸਾਰੇ ਪਿੰਡਾਂ ਦੇ ਵਿੱਚ ਇਹ ਸਾਰਾ ਕੁਛ ਜਿਹੜਾ ਜੀ ਉਹ ਚੱਲ ਰਿਹਾ। ਲੋਕਾਂ ਦੇ ਵਿੱਚ ਰੋਸ ਬਹੁਤ ਹੈ। ਬਰਨਾਲੇ ਦੇ ਨੇੜੇ ਪਿੰਡ ਪੈਂਦਾ ਜੀ ਮਹਿਲਾ ਖੁਰਦ, ਕੱਲ 2 ਜਾਣਿਆਂ ਦੀ ਜਿਹੜੀ ਉੱਥੇ ਮੌਤ ਹੋਈ ਆ। ਲੋਕ ਉਹ ਕਹਿੰਦੇ, ਲੋਕ ਇਸ ਗੱਲੋਂ ਨਾਰਾਜ਼ ਸੀਗੇ ਜੀ ਕਿ 174 ਦੇ ਤਹਿਤ ਕਾਰਵਾਈ ਕਿਉਂ ਕਰ ਦਿੱਤੀ ਗਈ। ਇਹ ਜਿਹੜਾ ਜੀ ਉਹ ਲੋਕ ਪੁੱਛ ਰਹੇ ਸੀਗੇ, ਲੋਕ ਸਵਾਲ ਕਰਨ ਲੱਗੇ ਆ। ਲੋਕਾਂ ਦੇ ਸਵਾਲ ਜਿਹੜੇ ਆ ਉਹ ਸਿਆਸਤਦਾਨਾਂ ਨੂੰ ਪਤਾ ਹੈ ਕਿ ਵੱਡੇ ਹੋ ਰਹੇ ਆ ਡੇ ਬਾਈ ਡੇ। ਹੁਣ ਜਿਹੜਾ ਜੀ ਹੱਥ ਪੈਰ ਮਾਰੇ ਜਾ ਰਹੇ ਆ। ਮੌਜੂਦਾ ਸਰਕਾਰ ਦੇ ਵੱਲੋਂ ਸੂਬੇ ਦੇ ਵਿੱਚ ਨਸ਼ਿਆਂ ਨੂੰ ਠੱਲ ਪਾਉਣ ਲਈ ਵਿਆਪਕ ਨੀਤੀ ਦਾ ਖਰੜਾ ਤਿਆਰ ਕੀਤਾ ਗਿਆ। ਇਹਦੇ ਤਹਿਤ ਪੁਲਿਸ ਮੁਲਾਜ਼ਮਾਂ ਦੀ ACR ਜਿਹੜਾ ਉਹਨਾਂ ਦੀ ਰਿਪੋਰਟ ਜਿਹੜੀ ਉਹ ਜਾਂਦੀ ਆ, ਇਹਦੇ ਵਿੱਚ ਇੱਕ ਨਵਾਂ ਕਾਲਮ ਜਿਹੜਾ ਜੀ ਜੋੜ ਕੇ ਉਹਨਾਂ ਦਾ ਜਿਹੜੇ ਇਹ ਨਸ਼ੇ ਨੇ ਇਹਨਾਂ ਦੇ ਪ੍ਰਤੀ ਜਿਹੜਾ ਜੀ ਵਤੀਰਾ ਦਰਜ ਕੀਤਾ ਜਾਊਗਾ ਕਿ ਭਲਾ ਉਹ ਕੀ ਇਹਦੇ ਉੱਤੇ ਉਹਨਾਂ ਨੇ ਕੀ ਕੀਤਾ, ਕੀ ਜਿਹੜਾ ਜੀ ਉਹ ਸੋਚਦੇ ਆ। ਨਸ਼ਿਆਂ ਨਾਲ ਕਿਸੇ ਵੀ ਤਰ੍ਹਾਂ ਦੇ ਜੁੜੇ ਮੁਲਾਜ਼ਮਾਂ ਦੇ ਵਿਰੁੱਧ ਸਖਤ ਕਾਰਵਾਈ ਜਿਹੜੀ ਹੈ ਜੀ ਉਹ ਕੀਤੀ ਜਾਊਗੀ। ਇਹ ਕਿਹਾ ਜਾ ਰਿਹਾ ਜੀ ਕਿ ਇਸ ਨੀਤੀ ਨੂੰ ਛੇਤੀ ਅਮਲੀ ਜਾਮਾ ਜਿਹੜਾ ਜੀ ਉਹ ਪਵਾਇਆ ਜਾਊਗਾ। ਜਿਹੜੇ ਸਿਵਲ ਸਰਜਨ ਤੇ ਜਿਹੜੇ ਸਾਈਕੈਟ੍ਰਿਸਟ ਨੇ ਉਹਨਾਂ ਦੇ ਨਾਲ ਮੀਟਿੰਗ ਕਰਕੇ ਮੁੱਖ ਮੰਤਰੀ ਹੋਰਾਂ ਨੇ ਸੂਬੇ ਦੇ ਵਿੱਚ ਨਸ਼ਿਆਂ ਦੀ ਅਸਲ ਸਥਿਤੀ ਦਾ ਜਾਇਜ਼ਾ ਜਿਹੜਾ ਜੀ ਉਹ ਲਿਆ ਔਰ ਟਾਕਰੇ ਦੇ ਵਾਸਤੇ ਫੌਰੀ ਤੇ ਜਿਹੜੇ ਦੂਰੀ ਕਦਮ ਚੁੱਕਣ ਤੇ ਵਿਚਾਰ ਜਿਹੜੀ ਹੈ ਜੀ ਉਹ ਕੀਤੀ। ਕੁਝ ਮਾਮਲਿਆਂ ਦੇ ਬਾਰੇ ਦੇ ਵਿੱਚ ਮੁੱਖ ਮੰਤਰੀ ਹੋਰਾਂ ਨੇ ਫੌਰੀ ਹੁਕਮ ਜਾਰੀ ਜਿਹੜੇ ਆ ਜੀ ਉਹ ਕੀਤੇ ਆ। ਸਵਾਲ ਨਾ ਜੀ ਇੱਥੇ ਸਭ ਤੋਂ ਵੱਡਾ ਜਿਹੜਾ ਇਹ ਆ ਜਾਂਦਾ ਕਿ ਸਰਕਾਰਾਂ ਦੀ ਟੇਕ ਇਹਨਾਂ ਦੇ ਉੱਤੇ ਬਹੁਤੀ ਅਫਸਰਾਂ ਦੇ ਉੱਤੇ ਰਹਿੰਦੀ ਆ ਜਿਹੜੇ ਕਿ ਡੱਕਾ ਤੋੜਨ ਦੇ ਵਾਸਤੇ ਰਾਜੀ ਨੇਗੇ। ਇਹ ਉਹ ਲੋਕ ਨੇ ਜਦੋਂ ਜਿੱਥੇ ਦਫ਼ਤਰਾਂ ਦੇ ਵਿੱਚ ਆਪਣੇ ਆ ਕੇ ਬਹਿ ਜਾਂਦੇ ਆ ਉੱਥੇ ਉਹ ਕਲਮ ਘਸਾਈ ਜਿਹੜੀ ਆ ਜੀ ਉਹ ਕਰੀ ਜਾਂਦੇ ਆ, ਕਿਸੇ ਦੀ ਸੁਣਨ ਦੇ ਵਾਸਤੇ ਤਿਆਰ ਨੇਗੇ। ਉਹੋ ਜੀ ਰਿਪੋਰਟ ਜਿਹੜੀ ਆ ਜੀ ਉੱਪਰ ਜਾ ਕੇ ਬਣਾ ਕੇ ਦੇ ਦਿੰਦੇ ਆ। ਸਰਕਾਰਾਂ ਸਮਝਦੀਆਂ ਨੇ ਸਾਰਾ ਕੁਝ ਜਿਹੜਾ ਜੀ ਉਹ ਠੀਕ ਠਾਕ ਆ। ਇਹ ਜਿਹੜੀ ਪ੍ਰਥਾ ਚੱਲ ਰਹੀ ਹੈ ਨਾ, ਇੱਥੋਂ ਜਿਹੜੀ ਇੰਨੀਆਂ ਮੀਟਿੰਗਸ ਲੈ ਲਈਆਂ, ਇੱਥੋਂ ਇੰਨੀਆਂ ਮੀਟਿੰਗਸ ਲੈ ਲਈਆਂ, ਜਿਹੜੀ ਗਰਾਊਂਡ ਰਿਐਲਿਟੀ ਆ ਸਭ ਨੂੰ ਪਤਾ ਹੈ ਕਿ ਇਸ ਵੇਲੇ ਕੀ ਬਣੀ ਪਈ ਹੈ ਜੀ। ਜੀ 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 ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਨਸ਼ਿਆਂ ਦੀ, ਜਿਹੜੀ ਅਕਸਰ ਜਿਹੜੀਆਂ ਹੁਣ ਖਬਰਾਂ ਆ ਰਹੀਆਂ ਨੇ ਬਹੁਤ ਜ਼ਿਆਦਾ, ਨਸ਼ੇ ਦੀ ਓਵਰਡੋਜ਼ ਨੇ ਕਹਿੰਦੇ 4 ਹੋਰ ਘਰ ਉਜਾੜੇ। ਬਿਲਕੁਲ ਜੀ, ਇਹ ਸਿਵੇ ਨਹੀਂ ਹਟ ਰਹੇ ਜੀ ਵੱਲੋਂ, ਉਸੇ ਤਰੀਕੇ ਦੇ ਨਾਲ ਜਾਰੀ ਨੇ ਜੀ। ਰੋਜ਼ ਦੀਆਂ ਖਬਰਾਂ ਜਿਹੜੀਆਂ ਹੋ ਗਈਆਂ ਜੀ, ਪਿੰਡਾਂ ਹਰ ਪਿੰਡ ਦੇ ਵਿੱਚ ਤਕਰੀਬਨ ਜਿਹੜਾ ਜੀ ਪੈਂਦੇ ਵੈਨ ਜਿਹੜੇ ਆ ਉਹਨਾਂ ਦੀ ਆਵਾਜ਼ ਉੱਚੀ ਹੁੰਦੀ ਤੁਰੀ ਜਾ ਰਹੀ ਹੈ ਜੀ। ਸਰਕਾਰ ਦੇ ਵੱਲੋਂ ਇਹਦੇ ਉੱਤੇ ਨੱਥ ਪਾਉਣ ਦੇ ਦਾਅਵੇ ਜਿਹੜੇ ਆ ਉਹ ਕੀਤੇ ਜਾ ਰਹੇ ਆ, ਜਦੋਂ ਕਿ ਇੱਥੇ ਚੈਨਲਾਂ ਨੇ ਸਟਿੰਗ ਵੀ ਦਿਖਾਤਾ ਕਿ ਜਿਹੜੀ ਨਸ਼ਿਆਂ ਦੀ ਰਾਜਧਾਨੀ ਆ ਦੌਲੇ ਵਾਲਾ, ਉੱਥੇ ਉਦਾਂ ਹੀ ਇਹ ਨਸ਼ੇ ਵਿਕੀ ਜਾਂਦੇ। ਬਾਹਰ ਚੌਂਕੀ ਵੀ ਜਿਹੜੀ ਆ ਜੀ ਉਹ ਖੋਲੀ ਹੋਈ ਆ, ਕੁਛ ਵੀ ਨਹੀਂ ਜਿਹੜਾ ਜੀ ਉਹ ਰੁਕ ਰਿਹਾ। ਓਵਰਡੋਜ਼ ਦੇ ਨਾਲ ਮਹਿਲ ਖੁਰਦ ਹੈ ਜਿੱਥੇ 2 ਨੌਜਵਾਨ ਇੱਕੋ ਪਿੰਡ ਦੇ ਵਿੱਚ ਜਿਹੜਾ ਜੀ ਇਹ ਤੁਰ ਗਏ। ਦੋਨਾਂ ਦਾ ਜਿਹੜਾ ਅੰਤਮ ਸੰਸਕਾਰ ਸੀਗਾ ਸੇਮ ਟਾਈਮ ਦੇ ਉੱਤੇ ਜਿਹੜਾ ਉਹ ਕੀਤਾ ਗਿਆ। ਹਾਲਾਤ ਜਿਹੜੇ ਆ ਜੀ ਇੰਨੇ ਉਦਾਸ ਕਰ ਦੇਣ ਵਾਲੇ ਆ ਕਿ ਇਹਦੇ ਤੋਂ ਇਲਾਵਾ ਕਾਹਨੂੰਵਾਨ ਤੇ ਇੱਕ ਤਰਨਤਾਰਨ ਡਿਸਟ੍ਰਿਕਟ ਦਾ ਕਸਬਾ ਝਵਾਲ ਹੈ ਜਿੱਥੇ ਇੱਕ ਨੌਜਵਾਨ ਦੀ ਮੌਤ ਹੋਈ। 4 ਮੌਤਾਂ ਇੱਕ ਦਿਨ ਦੇ ਵਿੱਚ ਹੋਈਆਂ। ਇੱਕ ਭੈਣ ਨੇ ਆਪਣੇ ਭਰਾ ਨੂੰ ਅਰਥੀ ਜਿਹੜੀ ਆ ਜੀ ਉਹਦੀ ਸਾੜਨ ਤੋਂ ਪਹਿਲਾਂ ਰੱਖੜੀ ਬੰਨੀ। ਉਹਨੇ ਇਹ ਕਹਿ ਕੇ ਸਾਰਿਆਂ ਨੂੰ ਰਵਾਤਾ ਕਿ ਅੱਜ ਤੋਂ ਬਾਅਦ ਹੁਣ ਮੈਂ ਤੈਨੂੰ ਰੱਖੜੀ ਨਹੀਂ ਬੰਨ ਸਕੂੰਗੀ, ਇਹ ਆਖਰੀ ਰੱਖੜੀ ਆ। ਇੱਕ ਜਿਹੜੀ ਭੈਣ ਸੀਗੀ ਉਹਨੇ ਆਪਣੇ ਭਰਾ ਦੇ ਸਿਹਰਾ ਲਾਇਆ। ਉਹ ਕਹਿੰਦੀ ਕਿ ਮੇਰੀ ਇਹ ਇੱਛਾ ਸੀਗੀ ਕਿ ਮੇਰਾ ਜਿਹੜਾ ਭਰਾ ਸੀਗਾ ਉਹਦੇ ਮੈਂ ਸਿਹਰਾ ਲਾਉਂਦੀ ਤੇ ਉਹ ਵਿਆਹੁਣ ਲਈ ਜਾਂਦਾ, ਪਰ ਉਹ ਮੌਤ ਵਾਲੇ ਪਾਸੇ ਜਿਹੜਾ ਜੀ ਉਹ ਤੁਰ ਪਿਆ। ਇਹ ਹਾਲਾਤ ਜਿਹੜੇ ਜੀ ਪੰਜਾਬ ਦੇ ਉਦਾਸ ਕਰ ਦੇਣ ਵਾਲੇ ਜਿਹੜਾ ਉਹ ਬਣੇ ਹੋਏ ਆ। ਇਹ ਕਿਸਾਨ ਪਰਿਵਾਰਾਂ ਦੇ ਨਾਲ ਸੰਬੰਧਿਤ ਸੀਗੇ ਜੀ 2 ਜਾਣੇ ਜਿਹੜੇ ਮਹਿਲ ਖੁਰਦ ਦੇ ਵਿੱਚ ਸੁਖਦੀਪ ਸਿੰਘ 28 ਸਾਲਾਂ ਦਾ ਤੇ ਜਸਵਿੰਦਰ ਸਿੰਘ 23 ਸਾਲਾਂ ਦਾ ਜਿਹੜਾ ਜੀ ਉਹ ਸੀਗਾ।
ਅਨਾਜ ਮੰਡੀ ਜਿੱਥੇ ਸ਼ਰਾਬ ਦੇ ਠੇਕੇ ਦੇ ਨੇੜੇ ਦੋਵੇਂ ਮ੍ਰਿਤਕ ਜਿਹੜੇ ਜੀ ਉਹ ਪਾਏ ਗਏ। ਕਾਰਨ ਉਹੀ ਜੀ ਜਿਹੜਾ ਜੀ, ਔਰ ਇਹ ਕਿਹਾ ਗਿਆ ਕਿ ਸਰਿੰਜਾਂ ਤੇ ਚਿੱਟੇ ਦਾ ਨਸ਼ਾ ਜਿਹੜਾ ਜੀ ਇਹਨਾਂ ਨੇ ਕੀਤਾ ਹੋਇਆ ਸੀਗਾ। ਜਿਹੜਾ ਸੁਖਦੀਪ ਸਿੰਘ ਸੀਗਾ ਮਰਨ ਵਾਲਾ, ਇਹਦੇ ਵਿੱਚੋਂ 2 ਸਾਲ ਪਹਿਲਾਂ ਉਹਦਾ ਵਿਆਹ ਹੋਇਆ ਸੀਗਾ ਤੇ ਅਗਲਾ ਕਹਿਰ ਦੇਖੋ ਜੀ ਉਹਦੇ ਜਿਹੜੇ ਅੱਗੇ ਇੱਕ ਜਿਹੜਾ ਜੀ ਉਹ ਬੱਚਾ ਸੀਗਾ, ਔਰ ਉਹੀ ਕਮਾਊ ਪੁੱਤ ਸੀਗਾ ਜੀ ਘਰ ਦਾ। ਇਕਲੌਤਾ ਪੁੱਤ ਜਿਹੜਾ ਜਸਵਿੰਦਰ ਸਿੰਘ ਸੀਗਾ, ਦੂਸਰਾ ਜਿਹੜਾ ਉਹਦਾ 3 ਸਾਲ ਵਿਆਹ ਪਹਿਲਾਂ ਹੋਇਆ ਸੀਗਾ ਤੇ ਉਹਦਾ 1.5 ਸਾਲ ਦਾ ਜਿਹੜਾ ਜੀ ਉਹ ਮੁੰਡਾ ਦੱਸਿਆ ਜਾਂਦਾ। ਕਾਹਨੂੰਵਾਨ ਦੇ ਵਿੱਚ ਜਿਹੜੀ ਭੈਣੀ ਮੀਆਂ ਖਾਂ ਪਿੰਡ ਆ, ਉੱਥੇ ਵੀ ਇਸੇ ਤਰੀਕੇ ਦੇ ਨਾਲ ਇਹ ਜਿਹੜਾ ਨਰਿੰਦਰ ਸਿੰਘ ਦੀ ਡੈੱਡ ਬੋਡੀ ਜਿਹੜੀ ਆ ਉਹ ਮਿਲੀ ਆ। ਉਹਦੇ ਕੋਲੋਂ ਵੀ ਸਿਰਿੰਜ ਜਿਹੜੀ ਆ ਉਹ ਮਿਲੀ ਆ। ਜ਼ਿਆਦਾ ਡੋਜ਼ ਦੀ ਵਜ੍ਹਾ ਕਰਕੇ ਉਹਦੀ ਵੀ ਮੌਤ ਹੋਈ ਦੱਸੀ ਜਾਂਦੀ ਆ। ਕਸਬਾ ਝਬਾਲ ਦੇ ਵਿੱਚ ਪੱਕਾ ਕਿਲਾ ਦਾ ਵਾਸੀ ਨੌਜਵਾਨ ਸੀਗਾ, ਉਹਦੀ ਵੀ ਜਿਹੜੀ ਆ ਜੀ ਮੌਤ ਓਵਰਡੋਜ਼ ਦੇ ਨਾਲ ਹੋਈ ਆ। ਇਹਦੀ ਪਛਾਣ ਭਰਤ ਸਿੰਘ ਉਰਫ ਗੱਬਰ ਦੇ ਵਜੋਂ ਜਿਹੜੀ ਆ ਜੀ ਉਹ ਹੋਈ ਦੱਸੀ ਜਾਂਦੀ ਆ। ਇਹ 4 ਮੌਤਾਂ ਪਿਛਲੇ 24 ਘੰਟੇ ਦੇ ਦੌਰਾਨ ਪੰਜਾਬ ਦੇ ਵਿੱਚ ਹੋਈਆਂ ਨੇ। ਪਹਿਲਾਂ 2, ਫਿਰ ਐਵਰੇਜ 3 ਤੇ ਚਲੇ ਗਈ ਤੇ ਹੁਣ 4 ਦੇ ਉੱਤੇ ਜਿਹੜੀ ਆ ਜੀ ਉਹ ਜਾ ਰਹੀ ਆ। ਐਕਸ਼ਨ ਜਿਹੜਾ ਜੀ ਉਹ ਕਾਗਜ਼ੀ ਐਕਸ਼ਨ ਹੋ ਰਿਹਾ। ਸਿੱਧਾ ਪੁੱਛੋ ਤਾਂ ਜਿਹੜੀ ਪਹਿਲੀ ਆਪਾਂ ਖਬਰ ਸਾਂਝੀ ਕਰਕੇ ਹਟੇ ਆ ਉਹ ਕਾਗਜ਼ੀ ਐਕਸ਼ਨ ਆ। ਗਾਂ ਹੋਰ ਵੀ ਜਿਹੜੇ ਜੀ ਤੁਹਾਨੂੰ ਦੱਸ ਦੇਣੇ ਆ ਕਿ ਕਿਹੋ ਜਿਹੇ ਕਾਗਜ਼ੀ ਐਕਸ਼ਨ ਹੋ ਰਹੇ ਆ। ਗਰਾਊਂਡ ਦੇ ਉੱਤੇ ਜਿਹੜੇ ਲੋਕ ਵੱਡੇ ਨੇ, ਵੱਡੀਆਂ ਮੱਛੀਆਂ ਮਗਰਮੱਛ ਜਿਹੜੇ ਆ ਜੀ ਉਹਨਾਂ ਨੂੰ ਹੱਥ ਨਹੀਂ ਪੈ ਰਿਹਾ। ਜਿੰਨੀ ਦੇਰ ਤੱਕ ਉਹਨਾਂ ਨੂੰ ਹੱਥ ਨਾ ਪਿਆ ਇਹ ਕਹਿਰ ਜਿਹੜਾ ਜੀ ਹਟਣਾ ਨਹੀਂਗਾ ਪੰਜਾਬ ਦੇ ਵਿੱਚੋਂ ਵਰਤਣਾ। ਬਿਲਕੁਲ ਬਿਲਕੁਲ, ਇਹੀ ਜਿਹੜੀ ਹੈ ਇੱਕ ਅਫਸੋਸ ਵਾਲੀ ਗੱਲ ਇਸ ਟਾਈਮ ਬਣੀ ਪਈ ਆ। ਤੇ ਕਿਤੇ ਇਹ ਤਾਂ ਨਹੀਂ ਹੋਊਗਾ ਪੰਨੂ ਜੀ ਵੀ ਲੋਕ ਜਿੱਦਾਂ ਕਿਸਾਨ ਖੁਦਕੁਸ਼ੀਆਂ ਨੂੰ ਹੁਣ ਇੱਕ ਹਿਸਾਬ ਦੇ ਨਾਲ ਖਬਰਾਂ ਸੁਣ ਕੇ ਉਸ ਨੂੰ ਅਪਣਾ ਹੀ ਲਿਆ ਵੀ ਲੈ ਵੀ ਇਹ ਤਾਂ ਰੋਜ਼ਮਰਾ ਦੀ ਗੱਲ ਹੋਣੀ ਪਈ ਆ, ਹੁਣ ਇਹ ਵੀ ਗੱਲ ਤੇ ਕਿਤੇ ਗੋਲਣਾ ਹੀ ਬੰਦ ਕਰ ਜਾਣ? ਨਹੀਂ ਜੀ, ਮੇਰਾ ਖਿਆਲ ਕਿਉਂਕਿ ਇਸ ਤਰ੍ਹਾਂ ਹੈ, ਜਿਹੜੀ ਕਿਸਾਨ ਖੁਦਕੁਸ਼ੀਆਂ ਨੇ ਉਹਦੇ ਵਿੱਚ ਕੁਝ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹਨਾਂ ਨੇ ਜਿੱਥੇ ਜਿੱਥੇ ਖੁਦਕੁਸ਼ੀ ਹੁੰਦੀ ਉੱਥੇ ਜਾ ਕੇ ਬਹਿ ਜਾਣਾ, ਉਹਨਾਂ ਦੀ ਡੈੱਡ ਬੋਡੀ ਰੱਖ ਲੈਣੀ, ਇੰਨਾ ਕੁ ਚੱਲਿਆ, ਮੁਹਿੰਮ ਨਹੀਂ ਬਣ ਸਕੀ। ਇਹਦੇ ਖਿਲਾਫ ਇੱਕ ਮੁਹਿੰਮ ਜਿਹੜੀ ਹੈ ਨਾ ਜੀ ਉਹ ਖੜੀ ਹੋ ਗਈ। ਇਸ ਕਰਕੇ ਉਹਨੂੰ ਮੇਰਾ ਖਿਆਲ ਘੱਟ ਕਿਸੇ ਵੀ ਹਾਲਤ ਦੇ ਵਿੱਚ ਨਹੀਂ ਬਚਿਆ ਜਾ ਸਕਦਾ। ਜਿਹੜੀ ਮੁਹਿੰਮ ਆਪ ਮੁਹਾਰੇ ਜਿਹੜੀ ਹੈ ਜੀ ਉਹ ਉੱਠੀ ਆ, ਔਰ ਪਿੰਡਾਂ ਥਾਵਾਂ ਦੇ ਵਿੱਚ ਇੱਕ ਇੱਧਰ ਬਾਬਾ ਬਕਾਲਾ ਤੇ ਉਹਦੇ ਨੇੜੇ ਜਿਹੜੇ, ਕਿਉਂਕਿ ਬਹੁਤ ਡੈਥ ਹੋਈਆਂ ਨੇ, ਸਠਿਆਲਾ, ਇਹਨਾਂ ਏਰੀਆਜ਼ ਦੇ ਵਿੱਚ ਜਿਹੜੇ ਮੁੰਡੇ ਇਕੱਠੇ ਹੋਏ ਆ ਉਹ ਜਿੱਥੇ ਜਿੱਥੇ ਇਹ ਨਸ਼ੇੜੀ ਬਹਿੰਦੇ ਆ ਉੱਥੋਂ ਲੱਭ ਕੇ ਸਰਿੰਜਾਂ ਤੱਕ ਜਿਹੜੀਆਂ ਜੀ ਉਹ ਬਾਹਰ ਕੱਢ ਰਹੇ ਆ ਔਰ ਪਿੰਡਾਂ ਦੇ ਵਿੱਚੋਂ ਚੁੱਕ ਕੇ ਇਹ ਬਾਹਰ ਸੁੱਟ ਰਹੇ ਆ। ਇਸ ਲੈਵਲ ਦੀ ਪਹਿਲਾਂ ਜਿਹੜੀ ਹੈ ਜੀ ਮੁਹਿੰਮ ਪੰਜਾਬ ਦੇ ਵਿੱਚ ਨਹੀਂ ਸੀ ਸੁਣੀ ਜੀ, ਜਿੱਥੇ ਏਦਾਂ ਲੋਕ ਉੱਠ ਕੇ ਖੜੇ ਹੋ ਜਾਣ। ਇਸ ਕਰਕੇ ਮੈਨੂੰ ਇਹ ਲੱਗਦਾ ਕਿ ਗੱਲ ਆਰ ਪਾਰ ਜਿਹੜੀ ਹੈ ਜੀ ਉਹ ਕਿਸੇ ਨਾ ਕਿਸੇ ਪਾਸੇ ਲੱਗੂਗੀ। ਚਲੋ ਜੀ, ਆਪਾਂ ਪੋਜ਼ਿਟਿਵ ਰਹੀਏ ਤੇ ਇਸ ਦਾ ਜਿਹੜਾ ਨਤਾਰਾ ਕਿਸੇ ਨਾ ਕਿਸੇ ਤਰੀਕੇ ਨਾਲ ਜ਼ਰੂਰ ਹੋਵੇ। ਅਗਲੀ ਗੱਲ ਕਰਦੇ ਹਾਂ ਪੰਨੂ ਜੀ ਵੀ ਦਿਲਪ੍ਰੀਤ ਬਾਬੇ ਦੀ ਜਿਹੜੀ ਦੋਸਤ ਕਹਿ ਕੇ ਚੁੱਕੀ ਸੀ, ਉਹਦੇ ਬਾਰੇ ਹੁਣ ਇੱਕ ਇਹ ਬਿਆਨ ਆ ਰਿਹਾ ਬੱਚਿਆਂ ਦੇ ਦੁਆਰਾ, ਕਹਿੰਦੇ ਨੇ ਵੀ ਕਹਿੰਦੇ ਕੁਛ ਵੀ ਨਹੀਂ ਲੱਭਾ, ਪੁਲਿਸ ਨੇ ਇਹ ਕਹਾਣੀ ਬਣਾਈ ਹੈ। ਬਿਲਕੁਲ ਜੀ, ਇੱਕ ਤਾਂ ਉਹਦੀ ਜਿਹੜਾ ਦੀ ਜਾਂਚ ਜਿਹੜੀ ਹੋ ਰਹੀ ਆ ਉਹਦੇ ਤੋਂ ਕਈ ਕੁਛ ਸਾਹਮਣੇ ਜਿਹੜਾ ਜੀ ਆ ਰਿਹਾ। ਇੱਕ ਤਾਂ ਉਹ ਨਸ਼ੇੜੀ ਸੀਗਾ ਜਿੱਦਾਂ ਦੱਸਿਆ ਜਾ ਰਿਹਾ, ਤੇ ਦੂਸਰੀ ਜਿਹੜੀ ਕਹਾਣੀ ਉਹਦੀ ਸਾਹਮਣੇ ਆ ਰਹੀ ਹੈ ਕਿ ਉਹ ਤਾਂ ਨਕਲੀ ਦਾੜੀ ਹੀ ਲਾਉਂਦਾ ਸੀਗਾ ਜੀ। ਅਕਸਰ ਉਹ ਜਿਹੜੀ ਦਾੜੀ ਟ੍ਰਿਮ ਕਰਕੇ ਰੱਖਦਾ ਸੀਗਾ। ਔਰ ਤੁਸੀਂ ਦੇਖੋ ਕਿ ਜਿਹੜਾ ਸਰਪੰਚ ਦਾ ਜਦੋਂ ਕਤਲ ਹੋਇਆ ਉਦੋਂ ਤੋਂ ਉਹ ਕੰਟੀਨਿਊ ਚੰਡੀਗੜ੍ਹ ਦੇ ਵਿੱਚ ਰਹਿੰਦਾ ਸੀਗਾ। ਇਹ ਬਹੁਤ ਵੱਡਾ ਸਵਾਲ ਹੈ। ਚੰਡੀਗੜ੍ਹ ਦੇ ਵਿੱਚ ਇੱਕ ਤਾਂ ਚੰਡੀਗੜ੍ਹ ਦੀ ਪੁਲਿਸ, ਪੰਜਾਬ ਦੀ ਪੁਲਿਸ, ਹਰਿਆਣਾ ਦੀ ਪੁਲਿਸ, 3 ਰਾਜਾਂ ਦੀ ਪੁਲਿਸ ਜਿਹੜੀ ਹੈ ਜੀ ਉੱਥੇ ਹੈ। ਔਰ ਇਹ ਮੰਨਿਆ ਜਾਂਦਾ ਕਿ ਚੰਡੀਗੜ੍ਹ 'ਚ ਸਖਤੀ ਬਹੁਤ ਆ, ਸ਼ਾਇਦ ਇਸ ਕਰਕੇ ਉੱਥੇ ਥਾਰ ਜਿਹੜੀ ਉਹ ਲੈ ਰਿਹਾ ਸੀ ਵੀ ਇੱਥੇ ਕੁਛ ਨਹੀਂ ਹੁੰਦਾ ਉਹਨੂੰ। ਉਹ ਅਕਸਰ ਕਹਿੰਦੇ ਆ ਕਿ ਫਿਲਮਾਂ ਵਗੈਰਾ ਜਿਹੜਾ ਜੀ ਉਹ ਦੇਖਦਾ ਸੀਗਾ, ਔਰ 2 ਉਹਦੀਆਂ ਜਿਹੜੀਆਂ ਦੋਸਤ ਔਰਤਾਂ ਸੀਗੀਆਂ ਥੀਏਟਰਾਂ ਦੇ ਵਿੱਚ ਫਿਰਦਾ ਸੀਗਾ ਜੀ, ਕਿਸੇ ਨੂੰ ਪਤਾ ਹੀ ਨਹੀਂ ਸੀ ਲੱਗਦਾ। ਜਿਹੜਾ ਇਹਦੀ ਇੱਕ ਦੋਸਤ ਦੱਸੀ ਜਾ ਰਹੀ ਹੈ ਜਿਹੜੀ ਵਾਹਿਗੁਰੂ ਨਗਰ ਹੈ ਇੱਥੇ ਨਵਾਂ ਸ਼ਹਿਰ ਦੇ ਵਿੱਚ, ਉੱਥੋਂ ਜਿਹਨੂੰ ਗ੍ਰਿਫਤਾਰ ਜਿਹੜਾ ਕੀਤਾ ਉਹਦੇ 2 ਬੱਚੇ ਆ। ਇਹ ਜਿਹੜੀ ਆਪਣੇ ਪਤੀ ਤੋਂ ਵੱਖਰੀ ਜਿਹੜੀ ਉਹ ਰਹਿੰਦੀ ਆ, ਡਾਈਵੋਰਸੀ ਆ। ਜਿਹੜੀ ਦੂਜੀ ਇੱਥੇ ਸਿੰਦਰ ਕੌਰ ਜਿਹੜੀ ਰਹਿੰਦੀ ਸੀਗੀ ਜੀ, ਉਹ ਵੀ ਆਪਣੇ ਜਿਹੜਾ ਜੀ ਪਤੀ ਤੋਂ ਵੱਖ ਰਹਿ ਰਹੀ ਦੱਸੀ ਜਾਂਦੀ ਆ। ਜਿਹੜੀ ਨਵਾਂ ਸ਼ਹਿਰ ਤੋਂ ਗ੍ਰਿਫਤਾਰ ਕੀਤੀ ਆ ਹਰਪ੍ਰੀਤ ਕੌਰ, ਇਹਦੇ ਜਿਹੜਾ ਇੱਕ 11ਵੀਂ 'ਚ ਪੜ੍ਹਦਾ ਤੇ ਇੱਕ 12ਵੀਂ ਦੇ ਵਿੱਚ ਜਿਹੜਾ ਜੀ ਉਹ ਪੜ੍ਹਦਾ। ਉਹ ਕਹਿੰਦੇ ਸਾਡਾ ਰਿਸ਼ਤੇਦਾਰੀ 'ਚੋਂ ਕੋਈ ਨਹੀਂ ਹੁਣ ਹੈਗਾ, ਅਸੀਂ ਇਕੱਲੇ ਰਹਿ ਗਏ। ਉਹ ਕਹਿੰਦੇ ਆ ਕਿ ਜਿਹੜਾ ਸੀਗਾ ਪੁਲਿਸ ਵਾਲੇ ਜਦੋਂ ਉਹਨਾਂ ਦੇ ਘਰੇ ਆਏ ਆ, ਘਰ ਦੀ ਤਲਾਸ਼ੀ ਉਹਨਾਂ ਨੇ ਲਈ, ਉਹਨਾਂ ਨੇ ਕੁਝ ਨੰਬਰ ਪਲੇਟਾਂ ਆਪਣੇ ਕਬਜ਼ੇ ਦੇ ਵਿੱਚ ਲਈਆਂ, ਹੋਰ ਕੁਛ ਵੀ ਉਹਨਾਂ ਦੇ ਘਰ ਦੇ ਵਿੱਚ ਨਹੀਂ ਸੀਗਾ। ਉਹ ਕਹਿੰਦੇ ਆ ਕਿ ਜੋ ਕੁਝ ਮੀਡੀਆ ਦੇ ਵਿੱਚ ਦੱਸਿਆ ਜਾ ਰਿਹਾ ਕਿ ਸਾਡੇ ਘਰ ਦੇ ਵਿੱਚੋਂ 1 ਕਿਲੋ ਹੈਰੋਇਨ, 1 ਪਿਸਤੌਲ, 40 ਰੌਂਦ, ਪੰਪ ਐਕਸ਼ਨ ਗਨ, ਸਕੇਲ, ਵਾਇਰਲ
ਐਨਰਜੀ ਦੀਆਂ ਦਵਾਈਆਂ ਮਿਲੀਆਂ, ਉਹ ਸਾਰਾ ਕੁਝ ਜਿਹੜਾ ਜੀ ਉਹ ਝੂਠ ਹੈ। ਉਹ ਇਹ ਕਹਿੰਦੇ ਆ ਕਿ ਜਦੋਂ ਉਹਦੀ ਮਾਂ ਨੂੰ ਫੜ ਕੇ ਲਗਾਏ ਆ ਪੁਲਿਸ ਵਾਲੇ, ਉਹ ਕਹਿੰਦੇ ਕੱਲ ਨੂੰ ਘਰ ਜਿਹੜੀ ਆ ਜੀ ਉਹ ਵਾਪਸ ਆ ਜਾਊਗੀ, ਉਹ ਉਹਦਾ ਇੰਤਜ਼ਾਰ ਜਿਹੜਾ ਜੀ ਉਹ ਕਰ ਰਹੇ ਆ। ਉਹ ਇਹ ਵੀ ਜਿਹੜੇ ਬੱਚੇ ਆ ਉਹ ਇਹ ਕਹਿੰਦੇ ਆ ਕਿ ਜਿਹੜਾ ਬੰਦਾ ਫੜਿਆ ਗਿਆ ਉਹ ਉਹਨਾਂ ਦੀ ਮਾਸੀ ਜਿਹੜੀ ਰੁਪਿੰਦਰ ਕੌਰ ਆ, ਕਿਉਂਕਿ ਇਹ ਦੋਨੋਂ ਭੈਣਾਂ ਨੇ, ਉਹਦੇ ਨਾਲ 6 ਮਹੀਨੇ ਪਹਿਲਾਂ ਆਇਆ ਸੀਗਾ ਘਰੇ, ਮੁੜ ਕੇ ਉਹਨਾਂ ਨੇ ਘਰੇ ਜਿਹੜਾ ਜੀ ਨਹੀਂ ਵੇਖਿਆ ਇਹਨੂੰ ਕਦੀ। ਇਹਦੇ ਉੱਤੇ ਪੁਲਿਸ ਜਿਹੜੀ ਆ ਜੀ ਆਪਣੀ ਕੋਈ ਟਿੱਪਣੀ ਨਹੀਂ ਕਰ ਰਹੀ, ਪਰ ਪੁਲਿਸ ਦੀ ਕਹਾਣੀ ਜਿਹੜੀ ਆ ਜੀ ਉਹਨੂੰ ਕਿਤੇ ਨਾ ਕਿਤੇ ਇਹ ਬੱਚੇ ਝੁਠਲਾ ਰਹੇ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਕਹਿੰਦੇ ਅਕਾਲੀ ਸਰਕਾਰ ਸਮੇਂ ਪੁਲਿਸ ਦਾ ਜਿਹੜਾ ਸਿਆਸੀਕਰਨ ਹੋਇਆ ਸੀ, ਉਹ ਸਿਆਸੀਕਰਨ ਭਾਰਾ ਪੈ ਰਿਹਾ ਕੈਪਟਨ ਨੂੰ। ਜੀ ਐਕਚੁਅਲੀ ਨਸ਼ਿਆਂ ਦੇ ਕਹਿਰ ਕਰਕੇ ਜਿਹੜਾ ਜੀ ਨਮੋਸ਼ੀ ਦਾ ਸਾਹਮਣਾ ਕਰ ਰਹੀ ਜਿਹੜੀ ਸੂਬੇ ਦੀ ਸਰਕਾਰ ਹੈ, ਉਹਨੇ ਪੁਲਿਸ ਦਾ ਅਕਸ ਸੁਧਾਰਨ ਦੇ ਵੱਲ ਧਿਆਨ ਜਿਹੜਾ ਜੀ ਉਹ ਦੇਣਾ ਸ਼ੁਰੂ ਕੀਤਾ। ਪੁਲਿਸ ਸੁਧਾਰ ਅਜੇ ਮੋਤੀਆਂ ਵਾਲੀ ਸਰਕਾਰ ਦੀ ਚੁਣੌਤੀ ਜਿਹੜੇ ਆ ਜੀ ਉਹ ਬਣੇ ਹੋਏ ਆ। ਇੱਕ ਸੀਨੀਅਰ ਅਧਿਕਾਰੀ ਕਹਿੰਦਾ ਹੈ ਕਿ ਪੁਲਿਸ ਦਾ ਸਿਆਸੀਕਰਨ ਹੋਣ ਤੋਂ ਬਾਅਦ ਅਪਰਾਧੀਆਂ ਸਮਗਲਰਾਂ ਦੀਆਂ ਜੜ੍ਹਾਂ ਪੁਲਿਸ ਵਿਭਾਗ ਦੇ ਵਿੱਚ ਬਹੁਤ ਡੂੰਘੀਆਂ ਹੋ ਗਈਆਂ ਜੀ। ਸੂਬੇ ਦੇ ਵਿੱਚ ਅਕਾਲੀ ਭਾਜਪਾ ਸਰਕਾਰ ਦੇ 10 ਸਾਲਾਂ ਦੇ ਦੌਰਾਨ ਪੁਲਿਸ ਤੰਤਰ ਦਾ ਪੂਰੇ ਤਰੀਕੇ ਦੇ ਨਾਲ ਸਿਆਸੀਕਰਨ ਕਰ ਦਿੱਤਾ ਗਿਆ ਸੀਗਾ। ਜ਼ਿਆਦਾ ਥਾਣਿਆਂ ਦੇ ਮੁਖੀ DSP ਪੱਧਰ ਤੱਕ ਦੇ ਅਫਸਰਾਂ ਦੀਆਂ ਤਾਇਨਾਤੀਆਂ ਜਿਹੜੀਆਂ ਸੀਗੀਆਂ ਜੀ ਉਹ ਹਲਕੇ ਹੋਏ ਇੰਚਾਰਜ ਲਾਉਂਦੇ ਸੀਗੇ, ਔਰ ਇਹਨਾਂ ਤੋਂ ਬਿਨਾਂ ਕੋਈ ਭਰਤੀਆਂ ਜਿਹੜੀਆਂ ਸੀਗੀਆਂ ਜੀ ਨਿਯੁਕਤੀਆਂ ਨਹੀਂ ਸੀ ਹੁੰਦੀਆਂ। ਸਰਕਾਰ ਦੇ ਵੱਲੋਂ ਥਾਣਾ ਮੁਖੀਆਂ ਦੀਆਂ ਜਿਹੜੀਆਂ ਤਾਇਨਾਤੀਆਂ ਸੰਬੰਧੀ ਤਾਜ਼ਾ ਹਦਾਇਤਾਂ ਹੀ ਜਾਰੀ ਨਹੀਂ ਕੀਤੀਆਂ ਗਈਆਂ, ਸਗੋਂ ਪੁਲਿਸ ਮੁਖੀਆਂ ਦੀ ਜਿਹੜੀ ਜਿੱਥੇ ਜਿੱਥੇ ਇਹਨਾਂ ਨੂੰ ਲਾਉਣਾ ਉਸ ਮਾਮਲੇ ਦੇ ਵਿੱਚ ਵੀ ਸਾਵਧਾਨੀ ਜਿਹੜੀ ਹੈ ਜੀ ਉਹ ਵਰਤੀ ਜਾਣ ਲੱਗੀ ਆ। ਪਹਿਲੀ ਗੱਲ ਤਾਂ ਇਹ ਹੈ ਜੀ ਕਿ ਥਾਣਾ ਮੁਖੀ ਜਿਹੜਾ ਇੰਸਪੈਕਟਰ ਰੈਂਕ ਦੇ ਨਾਨ ਗਜ਼ਟਡ ਆਫਿਸਰ ਨੂੰ ਹੀ SHO ਲਾਇਆ ਜਾਊਗਾ। ਜਿੱਥੇ ਕਿਸੇ ਇੰਸਪੈਕਟਰ ਦੀਆਂ ਮਨਜ਼ੂਰਸ਼ੁਦਾ ਅਸਾਮੀਆਂ ਦੀ ਕਮੀ ਹੈ ਤਾਂ ਪੱਕੇ ਤੌਰ ਦੇ ਉੱਤੇ ਸਬ ਇੰਸਪੈਕਟਰ ਦਾ ਰੈਂਕ ਹਾਸਲ ਕਰ ਚੁੱਕੇ NGOs ਨੂੰ ਥਾਣਾ ਮੁਖੀ ਲਾਇਆ ਜਾ ਸਕੂਗਾ, ਉਹ ਵੀ ਸਿਰਫ 1 ਸਾਲ ਦੇ ਸਮੇਂ ਲਈ। ਉਦੋਂ ਬਾਅਦ ਜੇ ਮਿਆਦ ਵਧਾਉਣੀ ਹੈ ਤਾਂ ਪੁਲਿਸ ਐਕਟ ਦੇ ਸੈਕਸ਼ਨ 15/1 ਦੇ ਮੁਤਾਬਕ ਠੋਸ ਕਾਰਨ ਦੱਸ ਕੇ ਇਹ ਜਿਹੜੀ ਹੈ ਜੀ ਉਹਦੀ ਮਿਆਦ ਵਧਾਈ ਜਾ ਸਕੂਗੀ। CIA ਇੰਚਾਰਜ ਤੇ ਵਿਸ਼ੇਸ਼ ਵਿੰਗਾਂ ਦੇ ਮੁਖੀਆਂ ਦੀ ਜਿਹੜੀ ਪੋਸਟਿੰਗ ਹੈ ਉਹ 1 ਸਾਲ ਦੀ ਹੋਊਗੀ। ਸੰਬੰਧਿਤ SSP ਜਾਂ ਕਮਿਸ਼ਨਰ 3 ਸਾਲ ਲਈ ਹੀ ਜਿਹੜਾ ਜੀ ਉਹ ਵਧਾ ਸਕਣਗੇ, ਔਰ ਇਸ ਸਮੇਂ 10-10 ਸਾਲ ਲੰਮੀ ਮਿਆਦ ਵਾਲੇ ਸਬ ਇੰਸਪੈਕਟਰ ਤੇ ਇੰਸਪੈਕਟਰ ਜਿਹੜੇ ਆ ਉਹ CIA ਦੇ ਇੰਚਾਰਜ ਲੱਗੇ ਹੋਏ ਆ। ਪੰਜਾਬ ਪੁਲਿਸ ਦੀਆਂ ਨਵੀਆਂ ਹਦਾਇਤਾਂ ਇਹ ਕਹਿੰਦੀਆਂ ਨੇ ਕਿ ਕਿਸੇ ਵੀ ਇੰਸਪੈਕਟਰ ਜਾਂ ਸਬ ਇੰਸਪੈਕਟਰ ਨੂੰ ਉਹਦੇ ਤਹਿਸੀਲ ਦੇ ਨਾਲ ਸੰਬੰਧਿਤ ਥਾਣੇ ਦੇ ਵਿੱਚ ਪੋਸਟ ਨਹੀਂ ਕੀਤਾ ਜਾਊਗਾ, ਉਹਦੀ ਪੋਸਟਿੰਗ ਉੱਥੇ ਨਹੀਂ ਹੋਊਗੀ ਜਿਸ ਤਹਿਸੀਲ ਦਾ ਉਹ ਰਹਿਣ ਵਾਲਾ। ਔਰ ਸਿਪਾਹੀਆਂ ਤੇ ਹੌਲਦਾਰਾਂ ਦੀ ਜਿਹੜੀ ਪੋਸਟਿੰਗ ਆ ਉਹ ਵੀ ਇੱਕ ਥਾਣੇ ਦੇ ਵਿੱਚ 3 ਸਾਲਾਂ ਦੇ ਵਾਸਤੇ ਕੀਤੀ ਗਈ। ਮੁਨਸ਼ੀ ਤੇ ਸਹਾਇਕ ਮੁਨਸ਼ੀ ਵੀ 3 ਸਾਲ ਲਈ ਲੱਗਣਗੇ, ਉਦੋਂ ਬਾਅਦ ਇਹਨਾਂ ਦੇ ਉੱਤੇ ਕੰਮ ਨਹੀਂ ਕਰਨਗੇ। ਜੇ ਕਿਸੇ ਪੁਲਿਸ ਮੁਲਾਜ਼ਮ ਦਾ ਨਾਮ ਕਿਸੇ ਅਪਰਾਧਿਕ ਮਾਮਲੇ ਦੇ ਵਿੱਚ ਆਉਂਦਾ ਹੈ ਜਾਂ ਸੰਬੰਧਿਤ ਰੇਂਜ ਦਾ IG ਜਾਂ DIG ਇਹਨਾਂ ਦੇ ਮੁਲਾਜ਼ਮਾਂ ਦਾ ਤਬਾਦਲਾ ਜ਼ਿਲ੍ਹੇ ਤੋਂ ਬਾਹਰ ਕਰੂਗਾ। ਸਰਕਾਰ ਦੇ ਵੱਲੋਂ ਇਹਨਾਂ ਹਦਾਇਤਾਂ ਦੀ ਪਾਲਣਾ 25 ਜੁਲਾਈ ਤੱਕ ਕਰਨ ਨੂੰ ਯਕੀਨੀ ਬਣਾਉਣ ਦੇ ਵਾਸਤੇ ਜਿਹੜਾ ਜੀ ਉਹ ਕਿਹਾ ਗਿਆ। ਜਿਹੜੇ ਸੀਨੀਅਰ ਪੁਲਿਸ ਆਫੀਸਰ ਆ ਉਹ ਇਹ ਕਹਿੰਦਾ ਜੀ ਕਿ ਨਵੀਆਂ ਹਦਾਇਤਾਂ ਥਾਣਿਆਂ ਦੇ ਉੱਤੇ ਪੱਕੇ ਤੌਰ ਦੇ ਉੱਤੇ ਕਬਜ਼ਾ ਜਮਾਈ ਬੈਠੇ ਪੁਲਿਸ ਮੁਲਾਜ਼ਮਾਂ ਤੇ NGOs ਦੀ ਜਕੜ ਨੂੰ ਤੋੜਨ ਦੇ ਵਾਸਤੇ ਜਿਹੜੀਆਂ ਜੀ ਉਹ ਕੀਤੀਆਂ ਗਈਆਂ ਨੇ। ਸਟੈਪ ਬਹੁਤ ਸਹੀ ਹੈ ਜੀ। ਜਿਹੜੇ ਹੇਠਲੇ ਲੈਵਲ ਦੇ ਗੱਲ ਜਿੱਦਣ ਅਸੀਂ ਗਏ ਆ ਜੀ ਇਹ ਸਾਈ ਸੀਗੀ ਕਿ ASI ਸਬ ਇੰਸਪੈਕਟਰ ਲੈਵਲ ਦੇ ਉੱਤੇ ਜਿਹੜੀ ਸਮਗਲਿੰਗ ਦੇ ਵਿੱਚ ਜਿਹੜੇ ਜੀ ਇਹ ਲੋਕ ਸ਼ਾਮਲ ਨੇ, ਇਹਦਾ ਇੱਕ ਪ੍ਰਮੁੱਖ ਕਾਰਨ ਇਹ ਆ ਕਿ 10-10 ਸਾਲ ਤੋਂ ਇੱਕੋ ਸੀਟ ਦੇ ਉੱਤੇ ਟਿਕੇ ਹੋਏ ਆ ਜੀ, ਇਹਨਾਂ ਨੂੰ ਕੋਈ ਹਿਲਾਉਣ ਵਾਲਾ ਨਹੀਂਗਾ। ਹੁਣ ਜੇ ਕਿਉਂਕਿ ਜਦੋਂ ਹਰਪ੍ਰੀਤ ਸਿੰਘ ਸਿੱਧੂ ਹੋਰੇ ਆਏ ਆ ਤੇ ਉਹਨਾਂ ਨੇ ਵੀ ਇਹ ਜਿਹੜਾ ਜੀ ਕੀਤਾ ਸੀ, ਡਿਸਟ੍ਰਿਕਟ ਬਦਲੇ ਸੀ ਤੇ ਇਹ ਸਾਰੇ ਦੇ ਸਾਰੇ ਭੱਜ ਕੇ ਜਾ ਵੜੇ ਸੀਗੇ ਹਾਈ ਕੋਰਟ ਦੇ ਵਿੱਚ ਕਿ ਏਦਾਂ ਨਹੀਂ ਕੀਤਾ ਜਾ ਸਕਦਾ, ਉੱਥੋਂ ਸਟੇ ਮਿਲ ਗਿਆ। ਹੁਣ ਇਹ ਵੇਖਣਾ ਹੋਊਗਾ ਜੀ ਕਿ ਇਹ ਜਿਹੜੀ ਇੰਪਲੀਮੈਂਟੇਸ਼ਨ ਹੈ ਉਹ ਕਿਸ ਤਰ੍ਹਾਂ ਜਿਹੜੀ ਹੈ ਜੀ ਉਹ ਹੁੰਦੀ ਹੈ। ਜੇ ਇਹ ਹੋ ਜਾਂਦੀ ਆ ਇੰਪਲੀਮੈਂਟ ਜਿਹੜਾ ਜੀ ਉਹ ਹੋ ਜਾਂਦਾ, ਯਕੀਨ ਕਰਨਾ ਇੱਕ ਬਹੁਤ ਵੱਡਾ ਜਿਹੜਾ ਜੀ ਇਹ ਝਟਕਾ ਹੋਊਗਾ ਔਰ ਕਾਫੀ ਹੱਦ ਤੱਕ ਤੁਸੀਂ ਕਹਿ ਸਕਦੇ ਹੋ ਕਿ ਇਹ ਕੁਝ ਹੱਦ ਤੱਕ ਜਿਹੜਾ ਜੀ ਇਹ ਕਿਤੇ ਨਾ ਕਿਤੇ ਠੱਲ ਪਾਉਣ ਦੇ ਵਿੱਚ ਵੀ ਸਹਾਈ ਹੋਊਗਾ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਵੀ ਨਸ਼ਾ ਛਡਾਊ ਕੇਂਦਰ ਕਹਿੰਦੇ ਨੱਕੋ ਨੱਕ ਭਰੇ ਪਏ ਨੇ। ਦੇਖੋ ਜੀ ਐਕਚੁਅਲੀ ਜਿਹੜਾ ਇਹ ਹਨੇਰੀ ਚੱਲ ਰਹੀ ਹੈ ਜੀ ਪੰਜਾਬ ਦੇ ਵਿੱਚ, ਇਹਦੇ ਕਰਕੇ ਹੁਣ ਜਿਹੜੇ ਆ ਜੀ ਇਹ ਭੱਜੇ ਆ ਨਸ਼ਾ ਛਡਾਊ ਸੈਂਟਰਾਂ ਵੱਲ ਨੂੰ ਜੀ। ਜਦੋਂ
ਚੱਲਿਆ ਸੀ ਅਕਾਲੀ ਭਾਜਪਾ ਸਰਕਾਰ ਦੇ ਟਾਈਮ, ਇੱਕ ਵਾਰੀ 14 ਦੀਆਂ ਇਲੈਕਸ਼ਨਾਂ ਦੇ ਦੌਰਾਨ ਤੁਹਾਨੂੰ ਪਤਾ ਹੋਣਾ, ਉਦੋਂ ਵੀ ਇਹ ਹਾਲਾਤ ਬਣੇ ਸੀਗੇ, ਉਦੋਂ ਸੰਭਾਲੇ ਨਹੀਂ ਗਏ। ਮਾਮਲਾ ਠੰਡਾ ਪੈ ਗਿਆ, ਨਸ਼ਾ ਛਡਾਊ ਕੇਂਦਰ ਖਾਲੀ ਹੋ ਗਏ। ਹੁਣ ਚਿੱਟੇ ਦੇ ਖਿਲਾਫ ਜਿਹੜੇ ਜੀ ਲੋਕ ਨਿਕਲੇ ਆ ਸੜਕਾਂ ਦੇ ਉੱਤੇ ਤੇ ਬੈੱਡ ਫੇਰ ਭਰ ਗਏ ਆ। ਔਰ ਜਦੋਂ 16 ਦੇ ਵਿੱਚ ਨਸ਼ੇੜੀਆਂ ਦੀ OPD ਇੱਕੋ ਸਾਲ ਦੇ ਵਿੱਚ 1,49,000 ਸੀ, ਨਸ਼ਾ ਛਡਾਊ ਕੇਂਦਰਾਂ ਦੇ ਵਿੱਚ 8533 ਨਸ਼ੇੜੀ ਭਰਤੀ ਕੀਤੇ ਗਏ ਸੀਗੇ। ਮਸਲਾ ਸ਼ਾਂਤ ਹੋ ਗਿਆ। ਅਗਲੇ ਸਾਲ 17 ਦੇ ਵਿੱਚ OPD ਘਟ ਕੇ 1,07,000 ਤੇ ਆ ਗਈ। 8303 ਜਿਹੜੇ ਨਸ਼ਾ ਕਰਨ ਵਾਲੇ ਭਰਤੀ ਹੋਏ। ਚਿੱਟੇ ਦੇ ਖਿਲਾਫ ਜਿਹੜੀ ਇਹ ਹਨੇਰੀ ਉੱਠੀ ਆ, ਇਸ ਤੋਂ ਪਹਿਲਾਂ ਮਈ 18 ਤੱਕ OPD ਦੇ ਵਿੱਚ ਨਸ਼ੇੜੀਆਂ ਦੀ ਗਿਣਤੀ ਸੁੰਗੜ ਕੇ 35,000 ਤੇ ਰਹਿ ਗਈ ਸੀ। ਨਸ਼ਾ ਛਡਾਊ ਕੇਂਦਰਾਂ ਦੇ ਵਿੱਚ 3149 ਜਿਹੜੇ ਸੀਗੇ ਨਸ਼ਾ ਕਰਨ ਵਾਲੇ ਭਰਤੀ ਹੋਏ। ਹੁਣ ਲੋਕ ਲਹਿਰ ਆ ਗਈ ਜੀ, ਲੋਕ ਲਹਿਰ ਬਣ ਗਈ। 3 ਦਿਨਾਂ ਤੋਂ ਨਸ਼ੇੜੀਆਂ ਦੀਆਂ ਲਾਈਨਾਂ ਲੱਗੀਆਂ ਪਈਆਂ ਨੇ। ਪੰਜਾਬ ਦੇ ਵਿੱਚ 81 ਓਟ ਸੈਂਟਰ ਚੱਲ ਰਿਹਾ, ਜਿਹਦੇ ਵਿੱਚ ਹਫ਼ਤਾ ਪਹਿਲਾਂ 7000 ਨਸ਼ਾ ਕਰਨ ਵਾਲੇ ਰਜਿਸਟਰਡ ਸੀਗੇ ਤੇ ਇੱਕੋ ਹਫ਼ਤੇ ਦੇ ਵਿੱਚ ਇਹ ਗਿਣਤੀ ਹੁਣ 9700 ਤੇ ਪਹੁੰਚ ਗਈ ਆ। ਓਟ ਸੈਂਟਰਾਂ ਦੇ ਵਿੱਚ ਜਿਹੜੇ ਨਸ਼ਾ ਕਰਨ ਵਾਲੇ ਨੇ ਉਹਨਾਂ ਨੂੰ ਮੌਕੇ ਤੇ ਮੁਫਤ ਦਵਾਈ ਦਿੱਤੀ ਜਾਂਦੀ ਆ। ਔਰ ਜਿਹੜੀ ਸਖਤੀ ਆ ਸਰਕਾਰ ਦੀ, ਉਹ ਨਸ਼ਾ ਛਡਾਊ ਕੇਂਦਰਾਂ ਵੱਲ ਨੂੰ ਉਹਨੇ ਜਿਹੜਾ ਜੀ ਉਹ ਮੂੰਹ ਕਰਾਇਆ ਇਹਨਾਂ ਦਾ। ਬਠਿੰਡੇ ਦੇ ਨਸ਼ਾ ਛਡਾਊ ਕੇਂਦਰ ਦੇ ਵਿੱਚ OPD ਦੇ ਵਿੱਚ ਇੱਕੋ ਦਿਨ 114 ਲੋਕ ਆਏ, ਜਦੋਂ ਕਿ ਜਿਹੜੇ ਜੀ ਇੱਕ ਦਿਨ ਪਹਿਲਾਂ 161 ਆਏ ਸੀਗੇ। ਔਰ ਨਸ਼ਾ ਛਡਾਊ ਕੇਂਦਰ ਦੇ ਵਿੱਚ 13 ਤੇ 5 ਨਵੇਂ ਜਿਹੜੇ ਜੀ ਲੋਕ ਭਰਤੀ ਹੋਏ। ਕੇਂਦਰ ਦੇ ਵਿੱਚ 14 ਜਿਹੜੇ ਨਸ਼ਾ ਕਰਨ ਵਾਲੇ ਭਰਤੀ ਹੋਏ ਆ। ਇਹ ਕਿਹਾ ਗਿਆ ਜੀ ਕਿ ਜਿਹੜੇ ਜ਼ਿਆਦਾ ਭਰਤੀ ਹੋ ਰਹੇ ਆ ਇਹ ਚਿੱਟੇ ਤੇ ਟ੍ਰੈਮਾਡੋਲ ਵਾਲੇ ਜਿਹੜੇ ਆ ਜੀ ਉਹ ਆ ਰਹੇ ਆ। ਸਰਕਾਰ ਨੇ ਇਹਨਾਂ ਦੀ ਰੋਜ਼ ਦੀ ਰਿਪੋਰਟ ਵੀ ਲੈਣੀ ਸ਼ੁਰੂ ਕੀਤੀ ਆ। ਬਰਨਾਲੇ ਦੇ ਹਸਪੀਟਲ ਦੇ ਵਿੱਚ ਵੀ ਨਸ਼ਾ ਕਰਨ ਵਾਲਿਆਂ ਦੀ ਗਿਣਤੀ 'ਚ ਅਥਾਹ ਵਾਧਾ ਹੋਇਆ। ਅਬੋਹਰ ਤੇ ਫਾਜ਼ਿਲਕਾ ਦੇ ਵਿੱਚ 20% ਦੀ ਗਿਣਤੀ ਦੇ ਵਿੱਚ ਵਾਧਾ ਹੋਇਆ। ਹੁਸ਼ਿਆਰਪੁਰ ਦੇ ਨਸ਼ਾ ਛਡਾਊ ਕੇਂਦਰ ਦੇ ਵਿੱਚ ਤਾਂ 4 ਜਿਹੜੇ ਬੈੱਡ ਆ ਉਹ ਵਾਧੂ ਲਾਉਣੇ ਪਏ ਆ। ਉਹਨਾਂ ਦੀ ਬੈੱਡਾਂ ਦੀ ਸਮਰੱਥਾ 10 ਹੈ। ਲੁਧਿਆਣੇ ਦੇ ਵਿੱਚ ਕੱਲ ਕੁਝ ਲੋਕ ਜਿਹੜੇ ਗਏ ਸੀਗੇ ਭਰਤੀ ਕਰਾਉਣ ਦੇ ਵਾਸਤੇ ਤੇ ਉਹਨਾਂ ਨੇ ਇਹ ਗੱਲ ਆਖੀ, ਜਿਹੜੇ CMO ਸੀਗਾ, ਤੇ ਸਾਡੇ ਤਾਂ ਬੈੱਡ ਹੈ ਨਹੀਂ। ਹੁਣ ਬੈੱਡ ਜਿਹੜੇ ਆ ਜੀ ਉਹ ਥੋੜੇ ਆ ਔਰ ਲੋਕ ਜਿਹੜੇ ਆ ਜੀ ਉਹ ਜ਼ਿਆਦਾ ਹੋ ਗਏ ਆ। ਵੇਖਣਾ ਇਹੀ ਹੋਊਗਾ ਕਿ ਇਹਨਾਂ ਨੂੰ ਕਿਹੜੇ ਤਰੀਕੇ ਦੇ ਨਾਲ ਜਿਹੜਾ ਜੀ ਉਹ ਸੰਭਾਲਿਆ ਜਾ ਸਕੇ। ਇਸੇ ਕਰਕੇ ਜਿਹੜੀ ਆ ਜੀ ਉਹ ਮੁੱਖ ਮੰਤਰੀ ਸਾਹਿਬ ਨੂੰ ਇਹ ਗੱਲ ਆਖੀ ਸੀਗੀ ਕਿ ਪ੍ਰਾਈਵੇਟ ਜਿਹੜੇ ਹਸਪੀਟਲ ਆ ਐਮਰਜੈਂਸੀ ਡਿਕਲੇਅਰ ਕਰਕੇ 6 ਮਹੀਨੇ ਦੇ ਵਾਸਤੇ ਇਹਨਾਂ ਦੇ ਬੂਹੇ ਖੁਲਵਾਓ ਜੇ ਇਹਨਾਂ ਨੂੰ ਸੰਭਾਲਣਾ ਹੈ, ਕਿਉਂਕਿ ਇਹਨਾਂ ਨੂੰ ਸੰਭਾਲਣਾ ਬਹੁਤ ਜਿਹੜਾ ਜੀ ਉਹ ਜ਼ਰੂਰੀ ਹੈ ਇਸ ਵੇਲੇ। ਜੇ ਇਹ ਸੰਭਾਲੇ ਜਿਹੜਾ ਜੀ ਉਹ ਨਾ ਗਏ ਤਾਂ ਮਾੜੇ ਹਾਲਾਤ ਜਿਹੜੇ ਜੀ ਉਹ ਬਣ ਸਕਦੇ। ਜਿਹੜੀ 3-4 ਦੀ ਐਵਰੇਜ ਹੈ ਇਹ ਤੋਂ ਵੱਧ ਨਾ ਜਾਵੇ ਕਿਤੇ। ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰੀਏ ਪੰਨੂ ਜੀ, ਵੀ ਕਹਿੰਦੇ ਸ਼ਿਲਾਂਗ ਤੋਂ ਜਿਹੜੇ ਸਿੱਖ ਪਰਿਵਾਰਾਂ ਨੂੰ ਜਿਹੜਾ ਕੀਤਾ ਜਾ ਰਿਹਾ ਸੀਗਾ ਉਸੇ ਦੇ ਉੱਤੇ ਮੇਘਾਲਿਆ ਦੀ ਹਾਈ ਕੋਰਟ ਨੇ ਰੋਕ ਲਾ ਦਿੱਤੀ ਆ। ਬਿਲਕੁਲ ਜੀ, ਪਿਛਲੇ ਦਿਨਾਂ ਦੇ ਵਿੱਚ ਇਹ ਮਾਮਲਾ ਬਹੁਤ ਭਖਿਆ ਸੀਗਾ ਜੀ। ਮੇਘਾਲਿਆ ਹਾਈ ਕੋਰਟ ਨੇ ਸ਼ਿਲਾਂਗ ਦੇ ਵਿੱਚ ਰਹਿੰਦੇ ਸਿੱਖ ਪਰਿਵਾਰਾਂ ਨੂੰ ਤਬਦੀਲ ਕਰਨ ਦੀ ਪ੍ਰਕਿਰਿਆ ਤੇ ਰੋਕ ਲਾਈ ਹੈ। ਅਦਾਲਤ ਨੇ ਸੂਬੇ ਦੀ ਸਰਕਾਰ ਨੂੰ ਸ਼ਿਫਟਿੰਗ ਦੇ ਖਿਲਾਫ 218 ਪਰਿਵਾਰਾਂ ਦੇ ਵੱਲੋਂ ਦਾਇਰ ਕੀਤੀ ਗਈ ਪਟੀਸ਼ਨ ਦੇ ਉੱਤੇ 4 ਹਫ਼ਤਿਆਂ ਦੇ ਅੰਦਰ ਆਪਣਾ ਜਵਾਬ ਦੇਣ ਦੇ ਵਾਸਤੇ ਜਿਹੜੀ ਹੈ ਜੀ ਉਹ ਗੱਲ ਆਖੀ ਆ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਕੀਲ ਜਿਹੜੇ ਆ ਉਹਨੇ ਇਹ ਕਿਹਾ ਜੀ ਕਿ ਹਾਈ ਕੋਰਟ ਨੇ ਸੁਣਵਾਈ ਦੇ ਵਾਸਤੇ ਦਾਖਲ ਪਟੀਸ਼ਨ ਪ੍ਰਵਾਨ ਕਰ ਲਈ ਹੈ। ਅਗਲੇ ਹੁਕਮਾਂ ਤੱਕ ਸਿੱਖ ਪਰਿਵਾਰਾਂ ਨੂੰ ਸ਼ਿਫਟ ਕੀਤੇ ਜਾਣ ਦੀ ਪ੍ਰਕਿਰਿਆ ਦੇ ਉੱਤੇ ਰੋਕ ਲੱਗ ਗਈ ਹੈ ਜੀ। ਉਹਨਾਂ ਨੇ ਇਹ ਵੀ ਕਿਹਾ ਕਿ ਇਸ ਕਮੇਟੀ ਇਸ ਕੇਸ ਦੀ ਸੁਣਵਾਈ ਪੂਰੀ ਹੋਣ ਤੱਕ ਆਪਣੀ ਰਿਪੋਰਟ ਜਿਹੜੀ ਉਹ ਨਹੀਂ ਦੇਊਗੀ। ਉੱਚ ਕਮੇਟੀ ਜਿਹੜੀ ਆ ਪਟੀਸ਼ਨਰ ਇਹਦੇ ਉੱਤੇ ਜਿਹੜੀ ਆ ਜੀ ਉਹ ਉੱਪਰਲੀ ਜਿਹੜੀ ਕਮੇਟੀ ਆ ਉਹਦੇ ਕੋਲ ਵਿਅਕਤੀ ਤੌਰ ਦੇ ਉੱਤੇ ਕੇਸ ਦਾਇਰ ਕਰਨਗੇ। ਅਦਾਲਤ ਨੇ ਇਹ ਵੀ ਕਿਹਾ ਕਿ ਕਮੇਟੀ ਦੇ ਕੋਲੇ ਪਰਿਵਾਰਾਂ ਨੂੰ ਤਬਦੀਲ ਕਰਨ ਦਾ ਕੋਈ ਅਧਿਕਾਰ ਨਹੀਂ ਹੈ, ਪਰ ਉਹ ਸਰਕਾਰ ਨੂੰ ਸੁਝਾਅ ਦੇ ਸਕਦੀ ਹੈ। ਉਹਨਾਂ ਇਹ ਵੀ ਕਿਹਾ ਕਿ ਹਾਈ ਕੋਰਟ ਨੇ ਸਰਕਾਰ ਨੂੰ ਇਹ ਪੁੱਛਿਆ ਕਿ ਉਹ ਜਵਾਬ ਦਾਇਰ ਕਰਕੇ ਦੱਸੇ ਕਿ ਇਸ ਥਾਂ ਦਾ ਪੱਟਾ ਇਹਨਾਂ ਪਰਿਵਾਰਾਂ ਦੇ ਨਾਮ ਦੇ ਉੱਤੇ ਕਿਉਂ ਨਹੀਂ ਹੋ ਸਕਦਾ ਜਿਹੜੇ ਕਿ ਲੰਮੇ ਸਮੇਂ ਤੋਂ ਇੱਥੇ ਰਹਿ ਰਹੇ ਆ। ਸਿੱਖ ਪਰਿਵਾਰਾਂ ਨੂੰ ਤਬਦੀਲ ਕਰਨ ਤੇ ਰੋਕ ਲਾਉਣ ਦੇ ਹਾਈ ਕੋਰਟ ਦੇ ਫੈਸਲਾ ਜਿਹੜਾ ਜੀ ਇਹਨੂੰ ਇੱਕ ਚੰਗਾ ਜਿਹੜੇ ਫੈਸਲੇ ਵਜੋਂ ਜਿਹੜਾ ਉਹ ਲਿਆ ਜਾ ਰਿਹਾ। ਇਸ ਮਾਮਲੇ ਦੇ ਵਿੱਚ ਪਹਿਲਾਂ ਦਾਇਰ ਕੀਤੀ ਗਈ ਪਟੀਸ਼ਨ ਦੀ ਸੁਣਵਾਈ ਦੇ ਦੌਰਾਨ ਸਰਕਾਰ ਨੇ ਇਹ ਮੰਨਿਆ ਸੀਗਾ ਕਿ ਇਹਨਾਂ ਪਰਿਵਾਰਾਂ ਨੂੰ ਇਹ ਜ਼ਮੀਨ ਉੱਥੋਂ ਦੇ ਸ਼ਾਸਕ ਸਾਈਨ ਆਫ ਮਾਈਲੀਅਮ ਦੇ ਵੱਲੋਂ ਜਿਹੜੀ ਉਹ ਦਿੱਤੀ ਗਈ ਸੀਗੀ ਔਰ ਇਹ ਥਾਂ ਇਹਨਾਂ ਪਰਿਵਾਰਾਂ ਦੀ ਹੈ। ਕੁਝ ਦਿਨ ਪਹਿਲਾਂ ਜੀ ਇਸ ਇਲਾਕੇ ਦੇ ਵਿੱਚ ਸਿੱਖਾਂ ਤੇ ਉੱਥੋਂ ਦੇ ਜਿਹੜੇ ਸਥਾਨਕ ਲੋਕ ਹੈ ਉਹਨਾਂ ਦੇ ਵਿਚਾਲੇ ਇੱਕ ਤਕਰਾਰ ਜਿਹੜਾ ਜੀ ਉਹ ਪੈਦਾ ਹੋ ਗਿਆ ਸੀ ਔਰ ਕਈ ਦਿਨ ਸਥਿਤੀ ਜਿਹੜੀ ਹੈ ਜੀ ਉਹ ਵਿਸਫੋਟਕ ਬਣੀ ਰਹੀ ਸੀ ਔਰ ਬਹੁਤ ਸਾਰੇ ਦਿਨ ਜਿਹੜਾ ਸੀਗਾ ਜੀ ਇੱਥੇ ਕਰਫਿਊ ਲਾਗੂ ਰਿਹਾ। ਅਦਾਲਤ ਦਾ ਇਹ ਫੈਸਲਾ ਜਿਹੜਾ ਜੀ ਉਹ ਚੰਗਾ ਹੈ। ਹੁਣ ਦੇਖਣਾ ਆ ਕਿ ਸਰਕਾਰ ਇਹਦੇ ਉੱਤੇ ਆਪਣਾ ਕੀ ਜਵਾਬ ਜਿਹੜਾ ਦਿੰਦੀ ਹੈ ਤੇ ਅਦਾਲਤ ਦਾ ਫੈਸਲਾ ਕੀ ਹੁੰਦਾ ਜੀ। ਅਗਲੀ ਗੱਲ ਕਰਦੇ ਹਾਂ ਪੰਨੂ ਜੀ, ਵੀ ਮੁੰਬਈ ਦੇ ਵਿੱਚ ਮੀਂਹ ਨੇ ਰਫ਼ਤਾਰ ਨੂੰ ਲੀਹਣ ਲਾਇਆ।
ਬਿਲਕੁਲ ਜੀ, ਐਕਚੁਅਲੀ ਕਿਹਾ ਜਾਂਦਾ ਹੈ ਕਿ ਇਹ ਜਿਹੜੀ ਸਿਟੀ ਹੈ ਇਹ ਕਦੀ ਰੁਕਦੀ ਨਹੀਂ, ਕਦੀ ਥੱਲਦੀ ਨਹੀਂ, ਆਪਣੀ ਰਫ਼ਤਾਰੇ ਚੱਲਦੀ ਰਹਿੰਦੀ ਆ। ਪਰ ਜਿਹੜੀ ਕੁਦਰਤ ਹੈ ਜੀ ਉਹਦਾ ਆਪਣਾ ਜਿਹੜਾ ਜੀ ਉਹ ਪ੍ਰਭਾਵ ਹੈ, ਉਹ ਵੱਡਿਆਂ ਨੂੰ ਠੱਲ ਲੈਂਦੀ ਹੈ। ਮਹਾਨਗਰ ਦੇ ਵਿੱਚ ਜਿਹੜਾ ਜੀ ਇਹਦੇ ਦੁਆਲੇ ਦੇ ਖੇਤਰਾਂ ਦੇ ਵਿੱਚ ਲਗਾਤਾਰ ਤੀਜੇ ਦਿਨ ਜਿਹੜਾ ਜੀ ਉਹ ਮੀਂਹ ਜਾਰੀ ਰਿਹਾ, ਜਿਹਦੇ ਨਾਲ ਵੱਡਾ ਜਿਹੜਾ ਇੱਕ ਹੈ ਜੀ ਰੇਲ ਆਵਾਜਾਈ ਦੇ ਵਿੱਚ ਫਰਕ ਪਿਆ। ਪੱਛਮੀ ਰੇਲਵੇ ਨੇ ਲੋਕਲ ਰੇਲ ਸੇਵਾ ਜਿਹੜੇ ਜੀ ਬਹੁਤੇ ਖੇਤਰਾਂ ਦੇ ਵਿੱਚ ਬੰਦ ਕੀਤੀ ਆ, ਔਰ ਜਿਹੜੇ ਡੱਬੇ ਵਾਲੇ ਬੜੇ ਫੇਮਸ ਨੇ ਜੀ ਉਹਨਾਂ ਨੇ ਵੀ ਆਪਣੀ ਸਰਵਿਸ ਜਿਹੜੀ ਹੈ ਜੀ ਉਹ ਬੰਦ ਰੱਖੀ, ਕਿਉਂਕਿ ਇੰਨੇ ਪਾਣੀ ਦੇ ਵਿੱਚ ਜਿਹੜੀ ਹੈ ਜੀ ਇਹ ਸਰਵਿਸ ਜਾਰੀ ਰਹਿ ਨਹੀਂ ਜਿਹੜਾ ਜੀ ਉਹ ਸਕਦੀ। ਮੁੰਬਈ ਦੇ ਬਹੁਤ ਸਾਰੇ ਜਿਹੜੇ ਖੇਤਰ ਨੇ ਉਹਨਾਂ ਦੇ ਵਿੱਚ ਪਾਣੀ ਜਿਹੜਾ ਜੀ ਉਹ ਭਰ ਗਿਆ, ਜਿਹਦੇ ਕਰਕੇ ਜਿਹੜੀ ਹੈ ਜੀ ਵੱਡੀ ਮੁਸੀਬਤ ਤੁਸੀਂ ਕਹਿ ਲਓ ਕਿ ਮੁਸੀਬਤਾਂ ਦੇ ਹੜ੍ਹ ਜਿਹੜੇ ਆ ਉਹ ਆਏ ਹੋਏ ਆ। ਬੱਸ ਤੇ ਟ੍ਰੇਨ ਜਿਹੜੀਆਂ ਜੀ ਉਹ ਸਿੱਧੀਆਂ ਪ੍ਰਭਾਵਿਤ ਹੋਈਆਂ ਨੇ। ਲੋਕਲ ਟ੍ਰੇਨਾਂ ਜਿਹੜੀਆਂ ਜੀ ਉਹ 40 ਮਿੰਟ ਦੀ ਦੇਰੀ ਦੇ ਨਾਲ ਚੱਲ ਰਹੀਆਂ ਨੇ। ਵਿਰਾਰ ਤੇ ਬੋਰੀਵਲੀ ਦੇ ਵਿੱਚ ਲੋਕਲ ਟ੍ਰੇਨ ਸੇਵਾ ਜਿਹੜੀ ਉਹ ਬੰਦ ਕਰਨੀ ਪਈ। ਵਸਈ ਵਿਰਾਰ ਸੈਕਟਰ ਦੇ ਵਿੱਚ ਪੱਛਮੀ ਜਿਹੜੀ ਟ੍ਰੇਨ ਸੇਵਾ ਉਹ ਰੱਦ ਕੀਤੀ ਗਈ ਆ, ਔਰ ਜਿਹੜੀਆਂ ਦੂਰ ਤੋਂ ਆਉਣ ਵਾਲੀਆਂ ਟ੍ਰੇਨ ਨੇ ਜੀ ਉਹਨਾਂ ਨੂੰ ਮੁੰਬਈ, ਗੁਜਰਾਤ, ਮੁੰਬਈ, ਨਵੀਂ ਦਿੱਲੀ ਦੇ ਰਸਤੇ ਦੇ ਵਿੱਚ ਜਿਹੜੀਆਂ ਚਲਾਈਆਂ ਗਈਆਂ। NDRF ਦੇ ਨਾਲ ਜਿਹੜੇ ਇਹਦੇ ਵਿੱਚ ਪੈਸੇਂਜਰ ਨੇ ਜੀ ਉਹਨਾਂ ਨੂੰ ਕੱਢਿਆ ਗਿਆ। ਕਈ ਸਟੇਸ਼ਨਾਂ ਦੇ ਉੱਤੇ ਫਸੇ ਹੋਏ ਹਜ਼ਾਰਾਂ ਜਿਹੜੇ ਯਾਤਰੀ ਨੇ ਉਹਨਾਂ ਨੂੰ ਖਾਣੇ ਦੇ ਪੈਕਟ ਤੇ ਪਾਣੀ ਜਿਹੜਾ ਜੀ ਉਹ ਵੰਡਿਆ ਗਿਆ। BMC ਜਿਹੜੀ ਹੈ ਜੀ ਬੰਬੇ ਜਿਹੜੀ ਮਿਊਨਿਸਪੈਲਿਟੀ, ਉਹਦੇ ਅਨੁਸਾਰ ਪਿਛਲੇ 21 ਦਿਨਾਂ ਦੇ ਵਿੱਚ ਸ਼ਹਿਰ 'ਚ ਜਿਹੜੇ ਮੀਂਹ ਹੈ ਜੀ ਉਹ 60% ਮੀਂਹ ਜਿਹੜਾ ਉਹ ਪੈ ਚੁੱਕਿਆ ਹੋਇਆ ਜੀ ਹੁਣ ਤੱਕ, ਜਿੰਨਾ ਪੈਂਦਾ ਮੁੰਬਈ ਦੇ ਵਿੱਚ। ਅਗਲੇ 2 ਦਿਨਾਂ ਦੇ ਦੌਰਾਨ ਹੋਰ ਮੀਂਹ ਪੈਣ ਦੀ ਜਿਹੜੀ ਜੀ ਉਹ ਸੰਭਾਵਨਾ ਦੱਸੀ ਜਾ ਰਹੀ ਹੈ। ਇਹਦਾ ਅਸਰ ਸਿੱਧਾ ਜਿਹੜਾ ਜੀ ਫਲਾਈਟ ਦੇ ਉੱਤੇ ਵੀ ਪਿਆ। ਜਿਹੜਾ ਟਰਮੀਨਲ 1 ਹੈ ਉਹਦੇ ਉੱਤੇ ਤਾਂ ਪਾਣੀ ਜਿਹੜਾ ਜੀ ਉਹ ਖੜਾ। ਲੋਕ ਜਿਹੜੇ ਇੱਥੇ ਜਿਹੜੀਆਂ ਟ੍ਰੇਨ ਵਗੈਰਾ ਨੇ ਉਹਨਾਂ ਦੇ ਵਿੱਚ ਜਾਂਦੇ ਵੀਡੀਓ ਬਣਾ ਕੇ ਜਿਹੜਾ ਜੀ ਇਹਨੂੰ ਤੁਸੀਂ ਇਹ ਕਹਿ ਲਓ ਕਿ ਇਹਦੇ ਉੱਤੇ ਸਟਾਇਰ ਵੀ ਕਰ ਰਹੇ ਆ, ਕਿਉਂਕਿ ਹਰ ਸਾਲ ਜਦੋਂ ਮੀਂਹ ਪੈਂਦਾ ਇਹੀ ਹਾਲਾਤ ਜਿਹੜੇ ਆ ਜੀ ਉਹ ਮੁੰਬਈ ਦੇ ਬਣਦੇ ਆ। ਲੋਕ ਕਹਿੰਦੇ ਆ ਕਿ ਅਸੀਂ ਮੁਲਕ ਦੇ ਬਹੁਤ ਸਾਰੇ ਜਿਹੜੇ ਦੁਨੀਆ ਦੇ ਬਹੁਤ ਸਾਰੇ ਮੁਲਕ ਨੇ ਉਹਨਾਂ ਤੋਂ ਅੱਗੇ ਲੰਘ ਗਏ ਆ, ਜਿੱਥੇ ਪਾਣੀ ਵਾਲੀਆਂ ਟ੍ਰੇਨਾਂ ਅਜੇ ਨਹੀਂ ਚੱਲ ਸਕੀਆਂ ਜਦੋਂ ਕਿ ਇੱਥੇ ਚੱਲ ਪਈਆਂ। ਜੀ ਤੇ ਬਹੁਤ ਤੁਹਾਡਾ ਆਪਾਂ ਧੰਨਵਾਦ ਕਰਦੇ ਹਾਂ ਪੰਨੂ ਜੀ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ। ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਸਮਾਪਤ ਹੈ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।